ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਮ ਸਨਮਾਨ ਆਵਰ ਸਾਹਿਬ ਕਮਾਲ बारगाहे इनायत के मालक कलयुगी जीवों के उद्धार करता साहिब सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत गुरुदेव जी की महान इनायत का सदका साडे सारियां दे सिर ते मेहरमतमई रखे हथ का सदका जीवन का अज का दिन भी प्राप्त होया और इस नवें दिन की जो नवें जन्म समान है शाम अजीजुल नवाज गनीमुल खराज पातशाह गुरु गोबिंद सिंह साहिब जी दे श्री चरण कमलों की खाक दे नाम करना नसीब होया। सतगुरु जी की अथा मेहरामत सदका सोदर चौंकी दे कीर्तन हर कीरत हमरी रह रास आरती अरदास ते फिर सदाए खास गुरुदेव जी दे पावन हुक्मनामे आपने झोली च पवाए हैं। कुछ समा होर सतगुरु पातशाह जी दे महान जीवन प्रसंग गुरु नानक आमदो नारायण स्वरूप हो माना निरंजन निरंकार रूप गुरु नानक पातशाह जी दे ज्योति जोत समावण दियां गाथावां जो सिख इतिहास विच बड़ी विस्तार पूर्वक दर्ज ने वख-वख इतिहासकारां ने विद्वानां ने इन्हां नूं अपने अपने नज़रिए नाल बयान किया है। भाई साहब भाई संतोख सिंह जी नूं जो सतगुरु जी ने दृष्टि बख्शी है प्रेम बख्शिया जो महान एकाग्रता बख्शी है उस अनुसार उन्होंने अनंत ब्रह्मंड दियां शक्तियां तमाम देवी देवता पैगंबर योगी सिद्धनाथ जति आदक गुरु नानक दे चरनां च खड़े दिखाई पे। उन्होंने अपने इस नज़रिए तो महाराज जी की महानता सन्मान सहित दर्ज की है। आपने बड़े प्रेम नाल सरवण किया। कुछ समा होर सतगुरु जी दे इन्हां महान प्रसंगां नूं सरवण कर सकीए एकाग्रता बन सके। पेशतर एक बारी फिर तो दोवां हत्थां नूं हिरदे दे सामने जोड़दिआं नेत्र बंद करके ऐसा गहराई तो महसूस करिए कि सतगुरु गुरु नानक देव जी महाराज करतारपुर बिराजे हुए हैं और साडा सीस उन्हां दे श्री चरण कमलों ते है और गुरुदेव जी ने मेहर भरिया हथ साडे सिर ते रखिया होया।
ਸਤਿਗੁਰੂ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਬਾਰੇ ਸਾਰੇ ਗੁਰਸਿੱਖਾਂ ਨੂੰ ਦੱਸ ਦਿੱਤਾ ਔਰ ਇਹ ਖਬਰ ਦੂਰ ਦਰਾਜ਼ ਤੱਕ ਪਹੁੰਚ ਗਈ। ਪੂਰਬ ਵਿੱਚ ਕੁਮਾਖਿਆ ਤੱਕ, ਦੱਖਣ ਵਿੱਚ ਜਗਨਨਾਥਪੁਰੀ ਤੱਕ, ਉੱਤਰ ਵਿੱਚ ਸੁਮੇਰ ਪਰਬਤਾਂ ਨੂੰ ਚੀਰਦੀ ਹੋਈ ਪੱਛਮ ਵਿੱਚ ਮੱਕਾ ਮੁਨੱਵਰਾ ਤੱਕ ਜਾ ਪਹੁੰਚੀ। 9 ਖੰਡ ਪ੍ਰਿਥਵੀ ਤੇ ਗੁਰੂ ਨਾਨਕ ਦੇਵ ਜੀ ਦੇ ਜਾਣ ਦਾ ਸੰਦੇਸ਼ ਇੱਕਦਮ ਫੈਲ ਗਿਆ ਤੇ ਦੂਰ ਦਰਾਜ਼ ਤੋਂ ਸੰਗਤਾਂ ਮਹਾਰਾਜ ਜੀ ਦੇ ਸਰੀਰ ਤਿਆਗਣ ਦਾ ਕੌਤਕ ਨਿਹਾਰਨ ਵਾਸਤੇ ਸ੍ਰੀ ਕਰਤਾਰਪੁਰ ਆ ਪਹੁੰਚੀਆਂ। ਗਿਣਤੀ ਮਿਣਤੀ ਕੋਈ ਨਹੀਂ, ਹਜ਼ਾਰ ਹਜ਼ਾਰ, 2-2 ਹਜ਼ਾਰ, 4-4 ਹਜ਼ਾਰ ਦੇ ਜਥੇ ਲਗਾਤਾਰ ਕਰਤਾਰਪੁਰ ਦੀ ਧਰਤੀ ਤੇ ਕਰਤਾਰ ਰੂਪ ਗੁਰੂ ਨਾਨਕ ਦੇਵ ਜੀ ਦਾ ਦੀਦਾਰ ਕਰਨ ਲਈ ਪਹੁੰਚ ਰਹੀਆਂ ਨੇ। ਮਹਾਰਾਜ ਜੀ ਨੇ ਬਹੁਤ ਵੱਡੇ ਵਿਆਪਕ ਪੱਧਰ 'ਤੇ ਲੰਗਰ ਚਲਾ ਰੱਖੇ ਨੇ। ਜਿਤਨੀਆਂ ਸੰਗਤਾਂ ਅੱਜ ਤੱਕ ਪਹੁੰਚੀਆਂ ਸਨ ਉਹਨਾਂ ਸਾਰੀਆਂ ਨੂੰ ਪੰਗਤੀਆਂ ਵਿੱਚ ਬਿਠਾ ਕੇ ਲੰਗਰ ਛਕਾਇਆ ਗਿਆ ਔਰ ਇਸ ਢੰਗ ਦੇ ਨਾਲ 36 ਪ੍ਰਕਾਰ ਦੇ ਭੋਜਨ ਸੰਗਤਾਂ ਵਿੱਚ ਵਰਤਾਏ ਗਏ। ਸਰਬਾ ਘਾਏ ਉਠੇ ਜੇ ਕਾਲਾ, ਕਹਿਓ ਅਰਾਲਕ ਸੰਗ ਕਿਰਪਾਲਾ। ਜਦੋਂ ਸਾਰੀਆਂ ਸੰਗਤਾਂ ਲੰਗਰ ਛਕ ਕੇ ਤ੍ਰਿਪਤ ਹੋ ਕੇ ਪੰਗਤਾਂ ਉੱਠ ਗਈਆਂ, ਮਹਾਰਾਜ ਜੀ ਨੇ ਵਰਤਾਉਣ ਵਾਲਿਆਂ ਨੂੰ ਆਪਣੇ ਕੋਲ ਬੁਲਾਇਆ ਤੇ ਬੁਲਾ ਕੇ ਆਖਣ ਲੱਗੇ, ਕਿਰਪਾ ਦੇ ਮਹਾਨ ਨਿਵਾਸ, ਕਿਰਪਾ ਦੇ ਸਾਗਰ, ਕਿਰਪਾ ਦੇ ਘਰ। ਆਖਣ ਲੱਗੇ, ਲਿਹੋ ਅਚਵ ਅਬ ਆਪ ਆਹਾਰਾ, ਬਹੁਰ ਦੇਗ ਕੀ ਕੀਜੈ ਕਾਰਾ। ਕਿਉਂਕਿ ਭੋਜਨ ਬਣਾਉਣ ਨਾਲ ਤੇ ਵਰਤਾਉਣ ਨਾਲ ਰਜੇਵਾ ਨਹੀਂ ਮਿਲਦਾ, ਸਜਾ ਕੇ ਰੱਖਣ ਨਾਲ ਵੀ ਰਜੇਵਾ ਨਹੀਂ ਮਿਲਦਾ, ਰਜੇਵਾ ਭੋਜਨ ਕਰਨ ਨਾਲ ਹੀ ਮਿਲਦਾ ਹੈ। ਪੇਖੇ ਬਿੰਜਨ ਪਰੋਸਨ ਹਾਰੇ, ਜੈ ਭੋਜਨ ਕੀਨੋ ਤੇ ਤ੍ਰਿਪਤਾਰੇ। ਬਣਾਉਣ ਵਾਲੇ, ਵਰਤਾਉਣ ਵਾਲੇ ਤੇ ਸਜਾਉਣ ਵਾਲੇ ਜਿਤਨੀ ਦੇਰ ਛਕ ਨਾ ਲੈਣ ਭੁੱਖੇ ਰਹਿ ਜਾਂਦੇ, ਉਹਨਾਂ ਦੀ ਭੁੱਖ ਨਹੀਂ ਮਿਟਦੀ। ਬਿਲਕੁਲ ਇਸ ਤਰ੍ਹਾਂ ਜਿਵੇਂ ਸਰੀਰਕ ਭੋਜਨ ਹੈ, ਬਣਾਉਣ ਨਾਲ, ਵਰਤਾਉਣ ਨਾਲ, ਸਜਾ ਕੇ ਟਿਕਾਣ ਨਾਲ ਭੁੱਖ ਨਹੀਂ ਮਿਟਦੀ, ਛਕਣ ਨਾਲ ਹੀ ਭੁੱਖ ਮਿਟਦੀ ਹੈ। ਇਸੇ ਤਰ੍ਹਾਂ ਮਹਾਰਾਜ ਦੀ ਬਾਣੀ ਵੀ, ਨਾਮ ਵੀ ਆਤਮਕ ਭੋਜਨ ਹੈ। ਬਾਣੀ ਨੂੰ ਸਿਰਫ ਪੜ੍ਹ ਕੇ ਦੂਜਿਆਂ ਨੂੰ ਸੁਣਾਉਣ ਨਾਲ, ਦੂਰ ਦੂਰ ਲਿਖ ਕੇ ਪਹੁੰਚਾਉਣ ਨਾਲ ਵੀ ਆਤਮ ਤ੍ਰਿਪਤੀ ਨਹੀਂ ਬਣਦੀ। ਆਤਮ ਤ੍ਰਿਪਤੀ ਬਣਦੀ ਹੈ ਮਨ ਵਸਾਉਣ ਨਾਲ। ਗੁਰਬਾਣੀ ਮਨ ਵਿੱਚ ਵਸ ਜਾਏ ਤੇ ਮਨ ਵਿੱਚ ਵਸਣ ਤੋਂ ਭਾਵ ਹੈ ਜੀਵਨ ਵਿੱਚ ਆ ਜਾਏ, ਬਾਣੀ ਕਰਮਾਂ ਵਿੱਚ ਆ ਜਾਏ। ਮਨ, ਬਚ, ਕਰਮ, ਇਹ ਸਾਰੀਆਂ ਕਿਰਿਆਵਾਂ ਵਿੱਚ ਬਾਣੀ ਦੀ ਮੋਹਰ ਲੱਗ ਜਾਏ, ਬਾਣੀ ਅਨੁਸਾਰ ਹੋ ਜਾਏ ਤੇ ਫਿਰ ਗੁਰੂ ਨਾਨਕ ਪ੍ਰਤੱਖ ਸਾਹਮਣੇ ਦਿਖਾਈ ਪੈਣ ਲੱਗ ਪੈਂਦੇ। ਮਨੁੱਖ ਨੂੰ ਅਨੁਭਵ ਹੋ ਜਾਂਦਾ ਹੈ ਕਿ ਗੁਰੂ ਦੂਰ ਨਹੀਂ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ।
ਇਸ ਢੰਗ ਦੇ ਨਾਲ ਮਹਾਰਾਜ ਜੀ ਨੇ ਕਿਹਾ ਨਿਰਾ ਬਣਾਉਣਾ ਹੀ ਨਹੀਂ ਹੈ, ਵਰਤਾਉਣਾ ਹੀ ਨਹੀਂ ਹੈ, ਤੁਸੀਂ ਆਪ ਸਾਰਿਆਂ ਨੇ ਹੁਣ ਛਕਣਾ ਹੈ, ਛਕ ਲਵੋ ਤੇ ਮੁੜ ਕੇ ਫਿਰ ਸ਼ਾਮ ਦਾ ਲੰਗਰ ਤਿਆਰ ਕਰਨ ਲੱਗ ਪਓ। ਬੋਰ ਦੇਖ ਕੀ ਕੀਜੈ ਕਾਰਾ। ਸਾਰੀਆਂ ਸੰਗਤਾਂ ਵਾਸਤੇ ਫਿਰ ਵੱਡੇ ਵੱਡੇ ਕੜਾਏ ਦੇਗਚੇ ਰੱਖੇ ਗਏ ਤੇ ਇਸ ਤਰ੍ਹਾਂ ਲੰਗਰ ਦੀ ਨਿਰੰਤਰ ਕਾਰ ਜਿਹੜੀ ਹੈ, ਭਾਵ ਸੇਵਾ ਚੱਲ ਪਈ ਹੈ। ਅਗਲੀ ਵਿਚਾਰ ਸਰਵਣ ਕਰੀਏ ਪੇਸ਼ਤਰ। ਇੱਕ ਵਾਰੀ ਸਾਰੇ ਗੁਰੂ ਨਾਨਕ ਦੇਵ ਜੀ ਦੇ ਚਰਨ ਆਪਣੀ ਰਸਨਾ ਤੇ ਪਾਉਂਦਿਆਂ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ ਨਾਨਕ ਦੇਵ ਜੀ ਮਹਾਰਾਜ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਜਾਮ ਜਾਮਨੀ ਲੋ ਜਿਉ ਕੋਈ। ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਪਹਿਰ ਰਾਤ ਗਈ ਤੱਕ ਵੀ ਜੇ ਕੋਈ ਆਵੈ ਜੇ ਅਚਵਾਉ ਰਸੋਈ। ਐਸਾ ਨਹੀਂ ਬਈ ਸ਼ਾਮ ਨੂੰ ਥੋੜਾ ਜਿਹਾ ਸਮਾਂ ਹੀ ਵਰਤਾ ਕੇ ਤੇ ਫਿਰ ਭੋਗ ਪਾ ਦੇਣਾ। ਜੇ ਪਹਿਰ ਰਾਤ ਗਿਆ ਹੋਇਆਂ ਵੀ ਅੱਧੀ ਰਾਤ ਤੱਕ ਵੀ ਕੋਈ ਸੰਗਤਾਂ ਆ ਜਾਣ ਤੇ ਉਹਨਾਂ ਨੂੰ ਵੀ ਪ੍ਰੇਮ ਨਾਲ ਭੋਜਨ ਛਕਾਉਣਾ। ਉਹਨਾਂ ਨੂੰ ਬਿਨਾਂ ਭੋਜਨ ਛਕੇ ਆਰਾਮ ਨਹੀਂ ਕਰਨ ਦੇਣਾ, ਭਾਵ ਕੋਈ ਭੁੱਖਾ ਨਾ ਸੋਵੇ। ਅਸ ਕਹਿ ਧਰਮਸਾਲ ਪ੍ਰਭ ਆਏ। ਇਸ ਤਰ੍ਹਾਂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਧਰਮਸ਼ਾਲਾ, ਉਹਨਾਂ ਦਿਨਾਂ 'ਚ ਗੁਰਦੁਆਰੇ ਦਾ ਨਾਮ ਧਰਮਸ਼ਾਲਾ ਹੀ ਸੀ। ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਧਰਮਸ਼ਾਲਾ ਸਥਾਨ ਜਿੱਥੇ ਬੈਠ ਕੇ ਗਿਆਨ ਚਰਚਾ, ਨਾਮ ਚਰਚਾ ਪ੍ਰਭੂ ਦੀ, ਪ੍ਰਸਤਸ ਇਬਾਦਤ, ਸੰਗਤਾਂ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ। ਉਸ ਪਾਵਨ ਦੀਵਾਨ ਅਸਥਾਨ ਤੇ ਆ ਗਏ। ਬੈਠੇ ਨਰ ਦਰ ਸਹਿ ਸੁਖ ਪਾਏ। ਮਹਾਰਾਜ ਸੱਚੇ ਪਾਤਸ਼ਾਹ ਬਿਰਾਜਮਾਨ ਹਨ ਤੇ ਜਿਵੇਂ ਆਪ ਸਾਰੇ ਵੱਡੀ ਗਿਣਤੀ 'ਚ ਪਹੁੰਚ ਕੇ ਮਹਾਰਾਜ ਦੇ ਦਰਸ਼ਨ ਕਰ ਰਹੇ ਹੋ, ਇਸ ਤਰ੍ਹਾਂ ਸੰਗਤਾਂ ਪ੍ਰੇਮ ਭਾਵ ਨਾਲ ਸਤਿਗੁਰੂ ਜੀ ਦਾ ਦੀਦਾਰ ਕਰ ਰਹੀਆਂ ਹਨ। ਦੂਰ ਦੂਰ ਲੋ ਸੁਧ ਅਸ ਹੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਬਚਨ ਆਖੇ ਬਈ ਅਸੀਂ ਜਲਦੀ ਸਰੀਰ ਤਿਆਗ ਜਾਣਾ, ਇਹ ਦੂਰ ਤੱਕ ਖਬਰਾਂ ਪਹੁੰਚ ਗਈਆਂ ਹਨ। ਲਗੇ ਸਮਾਵਨ ਜਗ ਗੁਰ ਜੋਈ। ਬਈ ਜਿਹੜੇ ਜਗਤ ਦੇ ਗੁਰੂ ਹਨ, ਹਰ ਪੱਖੋਂ ਜਿਨ੍ਹਾਂ ਨੂੰ ਗੁਰੂ ਆਖਿਆ ਜਾ ਸਕਦਾ। ਜਗਤ ਗੁਰੂ ਦਾ ਮਤਲਬ ਹੈ ਹਰ ਕੰਮ ਕਰਨ ਵਾਲੇ ਦੇ ਗੁਰੂ। ਵੱਖ-ਵੱਖ ਕਿੱਤਿਆਂ ਦੇ ਵੱਖ-ਵੱਖ ਗੁਰੂ ਹੁੰਦੇ। ਜੈਸੇ ਖੇਤੀਬਾੜੀ ਕਰਨ ਵਾਲੇ ਦਾ ਕਿਸਾਨ ਗੁਰੂ ਹੁੰਦਾ, ਇਸ ਤਰ੍ਹਾਂ ਦੁਕਾਨਦਾਰੀ ਕਰਨ ਵਾਲੇ ਦਾ ਵਪਾਰੀ ਗੁਰੂ ਹੁੰਦਾ, ਨੌਕਰੀ ਚਾਕਰੀ ਕਰਨ ਵਾਲੇ ਦਾ ਉਸ ਤਰ੍ਹਾਂ ਦਾ ਗੁਰੂ ਹੁੰਦਾ, ਸੰਗੀਤਕਾਰ ਦਾ ਕੋਈ ਸੰਗੀਤਕਾਰ ਗੁਰੂ ਹੁੰਦਾ। ਇੱਕ ਖਿੱਤੇ ਦਾ ਇੱਕ ਗੁਰੂ ਹੁੰਦਾ। ਉਸ ਨੂੰ ਜਗਤ ਗੁਰੂ ਨਹੀਂ ਆਖਿਆ ਜਾ ਸਕਦਾ। ਇੱਥੇ ਜਗਤ ਗੁਰੂ ਤੋਂ ਮੁਰਾਦ ਇਹ ਹੈ ਕਿ ਦੁਨੀਆ ਦੀ ਕੋਈ ਕਿਰਤ ਕਰਨ ਵਾਲਾ ਵੀ ਹੋਵੇ, ਗੁਰੂ ਨਾਨਕ ਉਸ ਦੇ ਗੁਰੂ ਹੀ ਹੈਗੇ। ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਮਨ ਬਦੀਆਂ ਕਰ ਧਾਵਣੀ, ਸਭ ਕੋ ਆਖੈ ਧੰਨ। ਨਾਨਕ ਵੇਖੈ ਨਦਰ ਕਰ, ਚੜ੍ਹੇ ਚਵੱਗਣ ਵੰਨ। ਹਰ ਇੱਕ ਦੇ ਕੰਮ ਵਿੱਚ 4 ਗੁਣਾ ਬਰਕਤ ਪਾਉਣ ਵਾਲੇ, ਜੋ ਕਿਰਤ ਆਮ ਕਰਕੇ ਹੁੰਦੀ। ਹੁਣ ਚੋਰੀ ਨੂੰ ਕਿਰਤ ਨਹੀਂ ਆਖਿਆ ਜਾ ਸਕਦਾ। ਡਕੈਤੀ, ਬੇਈਮਾਨੀ, ਠੱਗੀ, ਛਲ ਕਪਟ, ਝੂਠ ਦਾ ਵਪਾਰ, ਇਸ ਨੂੰ ਕਿਰਤ ਨਹੀਂ ਆਖਿਆ ਜਾ ਸਕਦਾ। ਕਿਰਤ ਵਿੱਚ ਸਨਮਾਨ ਹੈ, ਇਹੋ ਜਿਹੇ ਭੈੜੇ ਕੰਮਾਂ ਵਿੱਚ ਅਪਮਾਨ ਹੈ। ਤੇ ਦੁਨੀਆ ਦੇ ਸਾਇੰਟਿਸਟ, ਦੁਨੀਆ ਦੇ ਸੰਤ, ਯੋਗੀ, ਮਹਾਯੋਗੀ, ਦੁਨੀਆ ਦੇ ਬ੍ਰਹਮ ਗਿਆਨੀ, ਗਿਆਨੀ ਵਿਗਿਆਨੀ, ਸਾਰਿਆਂ ਨੇ ਗੁਰੂ ਨਾਨਕ ਨੂੰ ਆਪਣਾ ਗੁਰੂ ਪ੍ਰਵਾਨ ਕੀਤਾ ਹੈ। ਉਹਨਾਂ ਵਰਗਾ ਹੋਰ ਤਿੰਨਾਂ ਲੋਕਾਂ 'ਚ ਕੋਈ ਨਹੀਂ ਹੈ। ਇਸ ਲਈ ਭਾਈ ਸਾਹਿਬ ਕਹਿੰਦੇ ਨੇ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ
कि असी समा जाना है। इन्हां बचनां दी खबर सारी दुनिया ते हो गई है। सुन सुन धनी सहाजे राजा। भावें कोई धनाड़ है, व्यापारी है, कारोबारी है, कोई राजा है, जिन्हों भी पता लग्या है तूरा न आवह तज तज काजा। ते तुरंत झटपट सारे काम कार छड़ के कहते ने एक बारी दर्शन हो जाए। कई ऐसे ने जिन्हें गुरु नानक का दर्शन नहीं किया, सिर्फ सुनिया महाराज बारे, बई उन्होंने चरणों के स्पर्श नाल रेठे मिठे हो गए, दृष्टि नाल तपदे हुए कड़ाए शांत हो गए, पत्थर मोम हो गए, खौलते हुए पानी दे कुंड शांत हो गए, मिठे हो गए। लोगों ने जिन्हों ने सिर्फ सुनिया ही है मक्का परिक्रमा करन लग पिया, वो सारिਆਂ ਦੇ मन में है बई किते ऐसा ना होवे महाराज शरीर त्याग देण ते दर्शन तो ही वांझे रह जाए। जिहड़े सारी जिंदगी लोचते रहे बई महाराज इधर आउणगे दर्शन होणगे, वो हुण सारे चल पे ने बई हुण आउण वाली गल नहीं है, हुण जाके दर्शन करन वाली। इथों पटना साहब तो भी संगतां गईयां होणगीਆਂ, जगते सेठ वर्गे लोग जो महाराज जी नूं अपना सतगुरु प्रवान करते हैं, उस तरह दियां सारियां निर्मल आत्मावां महाराज जी के दर्शनां लई श्री करतारपुर पहुंचियां। हिंदू तुरक सुनह जे कोई। भावें कोई हिंदू है, भावें कोई तुर्क है, जो भी सुनता है कि महाराज बयाना कर रहे हैं, आवह धाए देख है सोई। वो बस सारे काम छड़ के दौड़ ही पैंदा है। जे कोई बैठा है तो उठ के चलन लग पैंदा है, लेटिया तो बैठ के उठ के चलन लग पैंदा। सारे सारे परिवार, सारे सारे नगर ते सारे सारे शहर खाली होंदे जा रहे ने, सब करतारपुर साहिब वल नूं आ रहे हैं। पारस लेन रंक जिम दौरे। बस इस तरह है बई जिवें किसी गरीब मनुख नूं ये पता चल जाए ना बई फलाने थां पारस मिलता है, पारस वट्टी मिलती है, तो वह दौड़ पैंदा लैण वास्ते। इस तरह गुरु पारस है, गुरु चंदन है, गुरु चिराग भी है, गुरु दीपक त्यों लोए, अमर पदार्थ नानका मन मानिया सुख होए। वो जिमें पारस प्राप्त करने वास्ते सारे लोग चल पैंदे ने, इस तरह महाराज जी दे दीदार लई आ रहे हैं। आवह मग गुर के चौफेरे। इस तरह महाराज सच्चे पातशाह जी दे करतारपुर वाल नूं जितने रस्ते आ रहे ने चारे पासियां तो, नर नारे उर धार हुलासू। भावें कोई स्त्री सिख है, पुरुष सिख है, राजा है, रंक है, व्यापारी, कारोबारी, सारे ही महाराज जी दे दर्शनां लई चल पे हन। बिरकत समत जे आवासू। सारिਆਂ ने घर छड़ दिते ने, भाव घरों चल पे। जिवें कोई विरक्त महात्मा होंदे ने, घर की कोई पकड़ नहीं, इस तरह महाराज जी दे चरण कमलों वाल अपने निवास छड़ के सारा सारा टब्बर आ रहे हैं। ग्राम नगर जह तह सुध होई। भावें कोई पिंड है, कोई वड्डा शहर है, जिथे जिथे भी एक खबर पहुंची। अज भी आ जिहड़ा लांघा बनया ना श्री करतारपुर साहब दा, साडे देश दे सत्कारयोग प्रधानमंत्री नरेंद्र मोदी जी की पहल नाल जिहड़ा 550 साल वेले खोलिया गया, ये दुनिया ते पहला ऐसा लांघा है जिहड़ा 2 देशों में धार्मिक अस्थान के दर्शनां लई खुलिया। होर किधरे तुहानूं दिखाई नहीं पएगा। तो मैं अर्ज करा जदों फिर इधरों संगतां जांदियां ने ते उधरों भी संगतां आउंदियां ने, सारा पाकिस्तान महाराज के दर्शनां लई पहुँचता है। इधरों सारे गुरु नानक नाम लेवा पहुँचते हैं, तो फिर दृश्य यही बन जाता है बई गुरु नानक का दीदार करने वास्ते सारे ही चल पे। भावें कोई हिंदू है, सिख है, मुस्लिम है, महाराज जी के दर्शनां लई आ जाता है।
ਤੇ ਉਹ ਦ੍ਰਿਸ਼ ਉਹ ਬਣ ਜਾਂਦਾ। ਹੁਣ ਇਹ ਗੱਲ ਵੱਖਰੀ, ਇਹਨੂੰ ਕੋਈ ਸਮਝੇ ਬਈ ਇਹ ਦੋ ਦੇਸ਼ਾਂ ਨੇ ਫੀਸ ਲੈਣ ਲਈ ਬਣਾ ਦਿੱਤਾ ਹੈ, ਜਾਂ ਕੋਈ ਇਹਨੂੰ ਹੋਰ ਕੋਈ ਕਾਰਨ ਸਮਝ ਲਵੇ ਵੀ ਰਾਜਨੀਤੀ ਹੈ, ਕਿਉਂਕਿ ਹਰ ਬੰਦਾ ਆਪਣੇ ਆਪਣੇ ਨਜ਼ਰੀਏ ਨਾਲ ਦੇਖਦਾ ਹੈ। ਪਰ ਮੈਨੂੰ ਤਾਂ ਇਹੀ ਪ੍ਰਤੀਤ ਹੁੰਦਾ ਹੈ ਬਈ ਇਹ ਕਿਸੇ ਦੇਸ਼ ਨੇ ਜਾਂ ਕਿਸੇ ਸਰਕਾਰ ਨੇ ਜਾਂ ਕਿਸੇ ਵਿਅਕਤੀ ਨੇ ਨਹੀਂ ਖੋਲ੍ਹਿਆ, ਇਹ ਲਾਂਘਾ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਖੋਲ੍ਹ ਦਿੱਤਾ ਹੈ। ਸਾਰੇ ਮਿਲ ਕੇ ਜੈਕਾਰਾ ਬੁਲਾਇਆ ਕਰੋ, ਆਨੰਦ ਵੱਧ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਹੀ ਕਿਰਪਾ ਕਰਕੇ ਇਹ ਲਾਂਘਾ ਖੋਲ ਦਿੱਤਾ ਵੀ ਆਓ ਦੋਵੇਂ ਮੇਰੇ ਨੇ। ਉਹਨਾਂ ਨੇ ਬੋਲ ਲੱਗਦਾ ਆਖੇ ਹੋਣਗੇ ਕਿ ਮੈਨੂੰ ਵੱਖਰਾ ਨਾ ਸਮਝੋ, ਹਰ ਇਨਸਾਨ ਹੈ ਮੇਰਾ, ਹਿੰਦੁਸਤਾਨ ਵੀ ਮੇਰਾ ਤੇ ਪਾਕਿਸਤਾਨ ਵੀ ਮੇਰਾ, ਦੋਵਾਂ ਵਿੱਚ ਫਰਕ ਕੋਈ ਨਹੀਂ। ਇਸ ਲਈ ਦੋਹੇ ਹੀ ਸ਼ਰਧਾ ਪ੍ਰੇਮ ਨਾਲ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਕਰਨ ਲਈ ਆਉਂਦੇ ਹਨ। ਤੇ ਅੱਜ ਇੰਝ ਲੱਗ ਰਿਹਾ ਜਿਵੇਂ ਸਾਰੇ ਰਸਤੇ ਸ੍ਰੀ ਕਰਤਾਰਪੁਰ ਸਾਹਿਬ ਨੂੰ ਆ ਰਹੇ ਹਨ। ਤੋ ਨਾ ਕਰ ਮੋਹੇ ਜਨ ਸੋਈ। ਤੇ ਫਿਰ ਜਿਤਨੇ ਲੋਕ ਆ ਰਹੇ ਨੇ ਕਰਤਾਰਪੁਰ ਸਾਹਿਬ ਨੂੰ, ਉਹਨਾਂ ਦੀ ਜ਼ਬਾਨ ਤੇ ਹੋਰ ਕੋਈ ਸ਼ਬਦ ਨਹੀਂ, ਬਸ ਇੱਕੋ ਹੀ ਗੱਲ ਕਰਦੇ ਆ ਰਹੇ ਨੇ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਗੁਰੂ ਨਾਨਕ ਦੇਵ ਜੀ ਦੀ ਜੈ ਜੈਕਾਰ ਕਰਦੇ ਆ ਰਹੇ। ਤਾਂ ਵੇਖਣ ਵਾਲੇ ਸੋਚਦੇ ਨੇ ਵੀ ਸ਼ਾਇਦ ਇਹਨਾਂ ਨੂੰ ਕਿਸੇ ਨੇ ਕੋਈ ਟੂਣਾ ਟਾਮਣ ਕਰ ਦਿੱਤਾ ਹੈ, ਜਿਹੜੇ ਉਸ ਨਾਲ ਮੋਏ ਗਏ ਨੇ ਤੇ ਇਹ ਇੱਧਰ ਨੂੰ ਹੀ ਸਾਰੇ ਤੁਰੇ ਜਾ ਰਹੇ। ਪਰ ਕੌਣ ਦੱਸੇ, ਮੋਹਨ ਮੋਹ ਲਿਆ ਮਨ ਮੇਰਾ। ਉਹ ਮੋਹਨ ਕੋਈ ਹੋਰ ਨਹੀਂ ਹੈ, ਉਹ ਸਵਯੰ ਗੁਰੂ ਨਾਨਕ ਦੇਵ ਮਹਾਰਾਜ ਨੇ, ਜਿਨ੍ਹਾਂ ਦੀ ਧਰਤੀ ਤੇ ਆਮਦ ਨੇ ਸਾਰੀ ਜ਼ਰਰੇ ਜ਼ਰਰੇ ਨੂੰ ਮੋਹਿਤ ਕਰ ਲਿਆ, ਔਰ ਸਾਰੇ ਗੁਰੂ ਨਾਨਕ ਦਾ ਦੀਦਾਰ ਕਰਨ ਲਈ ਚੱਲੇ ਹਨ। ਵਰਜੇ ਰਹਿ ਨਾ ਕਿਸੂ ਪ੍ਰਕਾਰ। ਭਾਵੇਂ ਉਹਨਾਂ ਨੂੰ ਕੋਈ ਵੱਡੇ ਤੋਂ ਵੱਡਾ ਕੰਮ ਆ ਜਾਏ, ਆਖੇ ਰੁਕ ਜਾਓ ਕੱਲ ਚਲੇ ਜਾਣਾ, ਉਹ ਕਿਸੇ ਤਰ੍ਹਾਂ ਵੀ ਵਰਜੇ ਨਹੀਂ ਰਹਿੰਦੇ। ਆਵਹਿ ਗਮਨੇ ਪੁਰ ਕਰਤਾਰਾ। ਸਾਰੇ ਦੇ ਸਾਰੇ ਕਰਤਾਰਪੁਰ ਵੱਲ ਨੂੰ ਚਲੇ ਆ ਰਹੇ, ਮਹਾਰਾਜ ਦੇ ਦਰਸ਼ਨ ਕਰਨ ਲਈ ਆ ਰਹੇ ਨੇ। ਇਹ ਹੁਣ ਸੁਣਨ ਵਿੱਚ ਆਇਆ ਵੀ ਥੋੜੇ ਦਿਨਾਂ ਤੱਕ ਗੁਰੂ ਨਾਨਕ ਦੀ ਕਲਾ ਫਿਰ ਵਰਤ ਰਹੀ ਹੈ। ਜਿਹੜਾ ਹੈ ਲੋਕਡਾਊਨ ਕਰਕੇ, ਕਰੋਨਾ ਕਰਕੇ ਲਾਂਘਾ ਬੰਦ ਹੋਇਆ ਸੀ, ਹਾਲੇ ਬੰਦ ਹੈ, ਪਰ ਥੋੜੇ ਦਿਨਾਂ ਤੱਕ ਪਤਾ ਚੱਲਿਆ ਹੈ ਬਈ ਮਹਾਰਾਜ ਦੀ ਮਿਹਰ ਨਾਲ ਇਹ ਫੇਰ ਖੁੱਲ੍ਹ ਜਾਣਾ ਹੈ। ਤੇ ਫਿਰ ਬਿਨਾਂ ਵੀਜ਼ੇ, ਬਿਨਾਂ ਅੰਬੈਸੀਆਂ ਦੀ ਕਾਰਵਾਈ ਤੇ ਬਿਨਾਂ ਲੰਬੇ ਇੰਤਜ਼ਾਰ ਦੇ ਝਟਪਟ ਆਨਲਾਈਨ ਅਪਲਾਈ ਕਰਕੇ ਤੇ ਦਰਸ਼ਨ ਕਰ ਸਕੋਗੇ। ਮਹਾਰਾਜ ਦੀ ਕਿਰਪਾ ਦੀ ਖੇਡ ਵਰਤ ਰਹੀ ਹੈ, ਔਰ ਇਹ ਸਤਿਗੁਰੂ ਆਪ ਵਰਤਾ ਰਹੇ ਹਨ, ਐਸਾ ਪ੍ਰਤੀਤ ਹੋ ਰਿਹਾ ਹੈ। ਜਿਨ ਕੋ ਸਖਤ ਚਲਨ ਮਗ ਨਾਹੀ। ਇਸ ਤਰ੍ਹਾਂ ਦੇ ਨਾਲ ਜਿਹੜੇ ਮਹਾਰਾਜ ਜੀ ਦੇ ਦਰਸ਼ਨਾਂ ਲਈ ਆ ਰਹੇ ਨੇ, ਆਵੇ ਗਮਨੇ ਪੁਰ ਕਰਤਾਰਾ, ਜਿਨ ਕੋ ਚਲਨ ਸਕਤ ਮਗ ਨਾਹੀ। ਕੁਝ ਐਸੇ ਵੀ ਨੇ ਜਿਹੜੇ ਅਪੰਗ ਨੇ, ਜਿਨ੍ਹਾਂ ਕੋਲੋਂ ਚੱਲਿਆ ਨਹੀਂ ਜਾਂਦਾ, ਪੈਦਲ ਨਹੀਂ ਚੱਲ ਸਕਦੇ, ਮਹਾਰਾਜ ਜੀ ਦੇ ਦਰਸ਼ਨ ਆ ਕੇ ਨਹੀਂ ਚੱਲ ਸਕਦੇ, ਡਿਸੇਬਲ ਨੇ, ਇਹ ਅੱਜ ਦੀ ਭਾਸ਼ਾ ਚ ਕਹੋ ਦਿਵਿਆਂਗ ਹਨ। ਦੁਰਬਲ ਅੰਗਹੀਨ ਜੇ ਆਹੀ। ਜਿਹੜੇ ਬਹੁਤ ਕਮਜ਼ੋਰ ਨੇ ਤੇ ਅੰਗਹੀਣ ਹਨ। ਦੋਹਰਾ ਬਾਤ ਸੁਨਹਿ ਜਿਸ ਨਿਕਟ ਤੇ, ਸਰਵਨ ਦੁਆਰਾ ਸੋਏ। ਜਿਹੜੇ ਅਪੰਗ ਨੇ, ਚੱਲ ਨਹੀਂ ਸਕਦੇ, ਅੰਗਹੀਣ ਹਨ, ਉਹਨਾਂ ਵੀ ਜਦੋਂ ਕਿਸੇ ਕੋਲੋਂ ਆਪਣੇ ਕੰਨਾਂ ਨਾਲ ਮਹਾਰਾਜ ਜੀ ਦੇ ਪਿਆਨੇ ਦੀ ਗੱਲ ਸੁਣੀ, ਪਾਵਤ ਬਲ ਜਨ ਤਨ ਬਿਖੈ, ਚਲ ਨ ਹਰਖ ਮਨ ਹੋਏ। ਉਹਨਾਂ ਨੇ ਵੀ ਕਿਹਾ ਹੁਣ ਭਾਵੇਂ ਜਿਵੇਂ ਮਰਜ਼ੀ ਹੋ ਜਾਏ, ਅਸੀਂ ਵੀ ਦਰਸ਼ਨਾਂ ਨੂੰ ਜਾਣਾ। ਉਹਨਾਂ ਦੇ ਮਾਨੋ ਸਰੀਰ ਵਿੱਚ ਬਲ ਆ ਗਿਆ ਤੇ ਕਈਆਂ ਕੋਲੋਂ ਨਹੀਂ ਚੱਲਿਆ ਜਾ ਰਿਹਾ, ਤੇ ਜਿਹੜੇ ਚੱਲਣ ਫਿਰਨ ਵਾਲੇ ਨੇ, ਹੱਥਾਂ ਪੈਰਾਂ ਵਾਲੇ, ਉਹਨਾਂ ਨੇ ਕਈਆਂ ਨੂੰ ਆਪਣੀ ਪਿੱਠ ਤੇ ਚੁੱਕ ਲਿਆ। ਆਖਿਆ ਕੋਈ ਗੱਲ ਨਹੀਂ, ਸਾਨੂੰ ਮਹਾਰਾਜ ਦੇ ਦਰਸ਼ਨ ਕਰਵਾ ਦਿੰਦੇ ਆ, ਸਾਡੀ ਪਿੱਠ ਤੇ ਸਵਾਰੀ ਕਰ ਲਓ।
ਕੁਝ ਗੱਡਿਆਂ ਤੇ ਬਿਠਾ ਲਿਆ, ਕੁਝ ਇਸ ਤਰ੍ਹਾਂ ਜਿਵੇਂ ਜਿਵੇਂ ਲੋਕ ਚੱਲ ਰਹੇ ਨੇ। ਤੇ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ, ਅੰਗਹੀਣ ਨੇ, ਜਦ ਉਹਨਾਂ ਨੂੰ ਸਵਾਰੀਆਂ ਮਿਲ ਗਈਆਂ ਤੇ ਕਈਆਂ ਨੇ ਆਪਣੀ ਆਪਣੀ ਪਿੱਠ ਤੇ ਉਠਾ ਲਿਆ ਤੇ ਉਹ ਹੱਥ ਜੋੜ ਕੇ ਕਹਿਣ ਲੱਗੇ, ਹੇ ਗੁਰੂ ਨਾਨਕ ਦੇਵ ਮਹਾਰਾਜ, ਸਾਡੇ ਪੈਰਾਂ 'ਚ ਸਰੀਰਾਂ 'ਚ ਚੱਲਣ ਦੀ ਤਾਕਤ ਨਹੀਂ ਸੀ, ਅਸਲੀਅਤ ਇਹ ਹੈ ਅੱਜ ਤੁਸੀਂ ਹੀ ਸਾਨੂੰ ਚੁੱਕ ਕੇ ਲੈ ਜਾ ਰਹੇ ਹੋ। ਇਸ ਤਰ੍ਹਾਂ ਉਹਨਾਂ ਦਾ ਹਿਰਦਾ ਪ੍ਰੇਮ ਨਾਲ ਭਰ ਗਿਆ। ਔਰ ਸਾਧ ਸੰਗਤ ਇਹ ਸੱਚ ਵੀ ਹੈ, ਜਿਹੜੇ ਅਪੰਗ ਹਨ, ਅੰਗਹੀਣ ਨੇ, ਉਹਨਾਂ ਨੂੰ ਗੁਰੂ ਦੀ ਸੰਗਤ ਲੈ ਜਾ ਰਹੀ ਹੈ ਤੇ ਮਹਿਸੂਸ ਕਰ ਰਹੇ ਨੇ ਵੀ ਗੁਰੂ ਨਾਨਕ ਲੈ ਜਾ ਰਹੇ ਨੇ। ਤੁਸੀਂ ਵੀ ਜਦ ਆਉਂਦੇ ਹੋ ਨਾ ਪਟਨਾ ਸਾਹਿਬ ਤੇ ਆਪਣੇ ਲਾਗੇ ਲਾਗੇ ਦੇਖ ਲਿਆ ਕਰੋ, ਕੋਈ ਗਰੀਬ ਹੈ, ਸਮਰੱਥਾ ਨਹੀਂ ਆਉਣ ਦੀ, ਉਹਨੂੰ ਪੁੱਛ ਲਿਆ ਕਰੋ ਵੀ ਜੇ ਜਾਣਾ ਤੇ ਚੱਲ ਟਿਕਟ ਦੀ ਸੇਵਾ ਅਸੀਂ ਕਰ ਦਿੰਦੇ ਹਾਂ। ਮਹਾਰਾਜ ਜੀ ਦੇ ਤਖਤ ਦੇ, ਸਤਿਗੁਰੂ ਜੀ ਦੇ ਸ਼ਸਤਰਾਂ ਦੇ, ਮਹਾਰਾਜ ਜੀ ਦੀ ਜਨਮ ਭੂਮੀ ਦੇ ਦਰਸ਼ਨ ਕਰ ਜਾਣਗੇ ਤੇ ਜ਼ਿਆਦਾ ਨਹੀਂ ਤੇ ਅੱਧਾ ਫਲ ਤੇ ਤੁਹਾਡੀ ਝੋਲੀ 'ਚ ਪੈ ਹੀ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਲਈ ਜੋ ਲੈ ਕੇ ਜਾ ਰਹੇ ਨੇ, ਉਹ ਕਹਿੰਦੇ ਪਏ ਨੇ, ਗੁਰਮੁਖੋ ਤੁਹਾਨੂੰ ਹੀ ਗੁਰੂ ਨਾਨਕ ਨਹੀਂ ਲੈ ਕੇ ਜਾ ਰਹੇ, ਸਾਨੂੰ ਵੀ ਗੁਰੂ ਨਾਨਕ ਹੀ ਲੈ ਕੇ ਜਾ ਰਹੇ ਨੇ। ਇਹ ਜਿਸ ਬੈਲ ਗੱਡੀ ਤੇ ਜਾ ਰਹੇ ਹਾਂ, ਇਹ ਗੁਰੂ ਨਾਨਕ ਦੀ ਦਾਤ ਹੈ। ਇਸ ਤਰ੍ਹਾਂ ਸਾਰੇ ਮਹਿਸੂਸ ਕਰ ਰਹੇ ਨੇ। ਔਰ ਵਾਕਈ ਠੀਕ ਹੈ, ਮੈਂ ਬਾਰ-ਬਾਰ ਇਹ ਵਿਚਾਰ ਦੁਹਰਾਉਂਦਾ ਰਹਿਣਾ ਕਿ ਆਪ ਜਿਤਨੇ ਪਹੁੰਚੇ ਹੋ ਆਪਣੇ ਬਲ ਨਾਲ ਨਹੀਂ ਆਏ, ਆਪਣੀ ਸਮਰੱਥਾ ਨਾਲ ਨਹੀਂ ਆਏ। ਬੜੇ ਨੇ ਜਿਹੜੇ ਤੜਪਦੇ ਨੇ ਆਉਣ ਲਈ, ਪਰ ਸਰੀਰ ਸਾਥ ਨਹੀਂ ਦਿੰਦਾ, ਸਾਧਨ ਨਹੀਂ ਬਣਦਾ। ਜਿਤਨੇ ਆਪ ਪਹੁੰਚੇ ਹੋ ਆਪਣੇ ਬਲ ਨਾਲ ਨਹੀਂ ਆਏ। ਤੁਹਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹੀ ਲੈ ਕੇ ਆਏ, ਆਪ ਹੀ ਗੁਰੂ ਨੇ। ਔਰ ਇਸ ਤਰ੍ਹਾਂ ਮਹਿਸੂਸ ਕਰੋਗੇ ਤੇ ਚੰਗਾ ਰਸ ਬਣ ਜਾਏਗਾ, ਆਨੰਦ ਬਣ ਜਾਏਗਾ। ਇਸ ਤਰ੍ਹਾਂ ਜਿੰਨੇ ਚੱਲ ਰਹੇ ਨੇ ਸਭ ਇਹੀ ਸੋਚ ਰਹੇ ਨੇ ਵੀ ਗੁਰੂ ਨਾਨਕ ਹੀ ਲੈ ਕੇ ਜਾ ਰਹੇ ਹਨ। ਚੋਪਈ ਬਿਦਤ ਪਈ ਸੁਧ ਜਹ ਤੈ ਸਾਰੇ, ਜਿੱਥੇ ਜਿੱਥੇ ਖਬਰ ਪਹੁੰਚੀ ਹੈ ਲਗੇ ਤਜਨ ਤਨ ਪ੍ਰਥਮ ਉਚਾਰੇ। ਬਈ ਮਹਾਰਾਜ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਵੀ ਆਪਣਾ ਸਰੀਰ ਤਿਆਗਣ ਲੱਗੇ ਹਾਂ। ਜਹ ਜਹ ਸੁਨੀ ਸਕਤ ਇਹ ਆਵਨ, ਜਿਨ੍ਹਾਂ ਜਿਨ੍ਹਾਂ ਨੂੰ ਇਹ ਸ਼ਬਦ ਜਿਹੜੀ ਖਬਰ ਪਹੁੰਚੀ ਹੈ, ਇਹ ਸ਼ਕਤੀ ਪਤਾ ਚੱਲਿਆ, ਮਹਾਰਾਜ ਜੀ ਵੱਲ ਆਉਣ ਵਾਸਤੇ ਬਲ ਮਿਲਿਆ। ਧਾਰੇ ਨਰ ਨਿਜ ਦੁਖ ਨ ਸਾਵਨ, ਤੇ ਮਾਨੋ ਸਾਰੀ ਮਨੁੱਖਤਾ ਦੌੜੀ ਆ ਰਹੀ, ਆਪਣੇ ਆਤਮਕ, ਮਾਨਸਿਕ, ਸਰੀਰਕ, ਕਾਰੋਬਾਰਕ, ਪਰਿਵਾਰਕ ਦੋਸ਼ਾਂ ਦਾ ਨਾਸ਼ ਕਰਨ ਵਾਸਤੇ। ਸ੍ਰੀ ਮੁਖ ਸੋ ਅਸ ਆਇਸ ਹੋਈ, ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੀ ਰਸਨਾ ਤੋਂ ਆਗਿਆ ਹੋਈ ਹੈ। ਦੇਗ ਆਹਾਰ ਅਚੈ ਸਭ ਕੋਈ, ਬਈ ਜੋ ਆਵਣ ਸਾਰੇ ਪਹਿਲੇ ਭੋਜਨ ਕਰਨਾ। ਨੀਚ ਕੇ ਊਚ ਰਾਏ ਕਰਾਨਾ, ਕੋਈ ਉੱਚਾ ਕੋਈ ਨੀਵਾਂ, ਕੋਈ ਰਾਜਾ ਕੋਈ ਰਾਣਾ ਹੋਵੇ। ਭੋਜਨ ਖਾਏ ਦੇਗ ਤੇ ਠਾਨਾ, ਨਾਨਾ ਪ੍ਰਕਾਰ ਦੇ ਭੋਜਨ ਦਾ ਲੰਗਰ ਸਥਾਨ ਤੇ ਬੈਠ ਕੇ ਸਕੇ। ਆਪਣਾ ਕੋ ਨਾ ਕਰਹਿ ਪੁਰ ਆਏ, ਆਪਣਾ ਕੋਈ ਵੱਖਰਾ ਲੰਗਰ ਤਿਆਰ ਨਾ ਕਰੇ, ਸਭ ਸਾਡੇ ਲੰਗਰ ਵਿੱਚ ਸਕਣਾ। ਸੁਨ ਸਿੱਖਣ ਸਭ ਹੂ ਨ ਸੁਨਾਏ, ਮਹਾਰਾਜ ਜੀ ਦੇ ਸਿੱਖਾਂ ਨੇ ਆਦੇਸ਼ ਸਾਰਿਆਂ ਨੂੰ ਸੁਣਾ ਦਿੱਤਾ ਹੈ। ਅਸ਼ਟਮ ਦਿਵਸ ਬਤੀਤਿਓ ਸੋਈ, ਇਸ ਤਰ੍ਹਾਂ ਅਸ਼ਟਮੀ ਦਾ ਦਿਨ ਵੀ ਨਿਕਲ ਗਿਆ। ਸ੍ਰੀ ਗੁਰ ਨਿਕਟ ਭੀਰ ਬਹੁ ਹੋਈ, ਮਹਾਰਾਜ ਜੀ ਦੇ ਕੋਲ ਸੰਗਤਾਂ ਦਾ ਬਹੁਤ ਵੱਡਾ ਇਕੱਠ ਬਣ ਗਿਆ। ਇੱਕ ਸਹਸ ਦੋ ਸਹਸ ਕੇ ਟੋਲਾ, ਕੋਈ 1000 ਦਾ ਕੋਈ 2000 ਦਾ ਜਥਾ ਆਏ ਹਟੈ ਕਰ ਦਰਸ ਅਮੋਲਾ। ਮਹਾਰਾਜ ਜੀ ਦਾ ਬੇਸ਼ਕੀਮਤੀ ਦੀਦਾਰ ਕਰਕੇ ਆ ਰਹੇ ਹਨ। ਮਿਲ ਹੈ ਪਰਸਪਰ ਸੁਜਸ ਸੁਨਾਵੈ, ਇੱਕ ਦੂਜੇ ਨੂੰ ਮਿਲ ਕੇ ਮਹਾਰਾਜ ਜੀ ਦਾ ਸੋਹਣਾ ਜਸ ਵਡਿਆਈ ਸਾਂਝੀ ਕਰਦੇ ਹਨ। ਸ੍ਰੀ ਨਾਨਕ ਗਾਵੈ, ਸਾਰੇ ਸੁਣਨ ਵਾਲੇ, ਸੁਣਾਉਣ ਵਾਲੇ
ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਆਖੀ ਜਾਂਦੇ ਨੇ। ਇਹ ਇੱਕ ਵਾਰੀ ਆਪ ਸਾਰੇ ਮਿਲ ਕੇ ਵੀ ਆਖੋ ਜੀ, ਗੁਰੂ ਨਾਨਕ ਧੰਨ ਗੁਰੂ ਨਾਨਕ। ਇੱਕ ਵਾਰੀ ਫਿਰ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਗੁਰੂ ਨਾਨਕ। ਹੁੰਦਾ ਇਹ ਹੈ, ਮਹਾਰਾਜ ਜੀ ਦਾ ਬਚਨ ਹੈ, ਕਹਿੰਦੇ ਨੇ ਜਿਨੀ ਤੁਧ ਨੂੰ ਧੰਨ ਕਹਿਆ ਤਿਨ ਜਮ ਨੇੜ ਨਾ ਆਇਆ। ਜਿਹੜੇ ਗੁਰੂ ਨਾਨਕ ਨੂੰ ਧੰਨ ਧੰਨ ਕਹਿੰਦੇ ਨੇ ਨਾ, ਉਹਨਾਂ ਨੂੰ ਅਖੀਰ ਵੇਲੇ ਜਮਦੂਤ ਲੈਣ ਨਹੀਂ ਆਉਂਦਾ, ਗੁਰੂ ਨਾਨਕ ਆਪ ਲੈਣ ਆਉਂਦੇ ਨੇ। ਇਸ ਲਈ ਸਾਰੇ ਗੱਜ ਕੇ ਆਖੋ ਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਧੁਨੀ ਲੱਗੀ ਹੋਈ ਹੈ। ਜੈ ਜੈਕਾਰ ਜਹਾਂ ਤੈ ਹੋਵਤ। ਤੇ ਸਭ ਜਗ੍ਹਾ ਗੁਰੂ ਨਾਨਕ ਦੀ ਜੈ ਜੈਕਾਰ, ਜੈਕਾਰੇ ਗਜਾਏ ਜਾ ਰਹੇ ਹਨ। ਮਨ ਕਰ ਮਨ ਕੀ ਮਲ ਧੋਵਤ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਲਈ ਜਿਤਨੀਆਂ ਸੰਗਤਾਂ ਆਈਆਂ ਹਨ, ਪਹੁੰਚੀਆਂ ਹਨ, ਉਹਨਾਂ ਵਿੱਚ ਆਪਣੇ ਆਪ ਨੂੰ ਵੀ ਸ਼ਾਮਲ ਮਹਿਸੂਸ ਕਰੋ ਤੇ ਨੇਤਰ ਬੰਦ ਕਰਕੇ ਸਾਹਮਣੇ ਗੁਰੂ ਨਾਨਕ ਬਿਰਾਜਮਾਨ ਨੇ ਦਰਸ਼ਨ ਕਰਦੇ ਹੋਏ ਮਨ ਦੇ ਨੇਤਰਾਂ ਨਾਲ ਜੈ ਜੈਕਾਰ ਵਿੱਚ ਸ਼ਾਮਲ ਹੋਵੋ ਤੇ ਇੱਕ ਵੱਡਾ ਜੈਕਾਰਾ ਸਾਰੇ ਮਿਲ ਕੇ ਬੁਲਾ ਦੇਵੋ। ਇਸ ਤਰ੍ਹਾਂ ਮਹਾਰਾਜ ਜੀ ਦੀ ਜੈ ਜੈਕਾਰ ਹੋ ਰਹੀ ਹੈ। ਦੇਖੋ ਕਰੁਣਾ ਦ੍ਰਿਸ਼ਟ ਕਿਰਪਾਲਾ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਦੀ ਨਜ਼ਰ ਨਾਲ ਜਿਹੜੇ ਜੈ ਜੈਕਾਰ ਕਰ ਰਹੇ ਨੇ, ਉਹਨਾਂ ਵੱਲ ਮਿਹਰ ਦੀ ਨਜ਼ਰ ਨਾਲ ਦੇਖ ਰਹੇ ਹਨ। ਜਸ ਇੱਛਾ ਤਸ ਪੂਰਹਿ ਦਿਆਲਾ। ਤੇ ਜੋ ਜਿਸ ਦੀ ਇੱਛਾ ਹੈ, ਜੋ ਜੈ ਜੈਕਾਰ ਕਰ ਰਹੇ ਨੇ, ਮਹਾਰਾਜ ਉਹਨਾਂ ਦੀ ਪੂਰੀ ਕਰ ਰਹੇ ਹਨ। ਵਿਪਰ ਵੈਸ ਖਤਰੀ ਬਹੁ ਆਏ। ਭਾਵੇਂ ਕੋਈ ਬ੍ਰਾਹਮਣ ਹੈ, ਵੈਸ ਹੈ, ਖੱਤਰੀ ਆਦਿਕ ਹੈ, ਸੂਦਰ ਤੁਰਕ ਭੀਰ ਤਰ ਪਾਏ। ਸ਼ੂਦਰ ਆਦਿਕ ਵੀ, ਤੁਰਕ ਵੀ ਬਹੁਤ ਸਾਰੇ ਆਏ ਹਨ। ਜੇ ਮੁਲਤਾਨ ਮਦੀਨੇ ਮਾਹੀ। ਮੁਲਤਾਨ ਨਗਰ ਦੇ ਤੇ ਮੱਕਾ ਮਦੀਨਾ ਦੇ ਜਿਹੜੇ ਹਨ, ਮੱਕੇ ਪੀਰ ਸਕਤ ਧਰ ਆਹੀ। ਉਹ ਸ਼ਕਤੀ ਵਾਲੇ ਪੀਰ ਵੀ ਜਿਨ੍ਹਾਂ ਨੇ ਕਦੀ ਮਹਾਰਾਜ ਜੀ ਨੂੰ ਠੋਕਰ ਮਾਰ ਕੇ ਕਿਹਾ ਸੀ ਕਿਧਰ ਪੈਰ ਕਰਕੇ ਪਿਆ ਹੈ, ਜਦ ਪਰਿਕਰਮਾ ਕਰਦੇ ਹੋਏ ਮੱਕਾ ਨਜ਼ਰ ਆਇਆ, ਉਹ ਵੀ ਮਹਾਰਾਜ ਜੀ ਦੇ ਫਿਰ ਸ਼ਰਧਾ ਸਹਿਤ ਦਰਸ਼ਨ ਕਰਨ ਆਏ ਹਨ। ਔਰ ਸੁਧ ਸੁਨਤ ਬੇਗ ਸੋ ਆਏ। ਝਟਪਟ ਤੇਜ਼ੀ ਨਾਲ ਚੱਲ ਕੇ ਪਹੁੰਚੇ ਹਨ। ਦਰਸ਼ਨ ਕਰਹਿ ਜਨਮ ਫਲ ਪਾਏ। ਤੇ ਆਪਣਾ ਜਨਮ ਸਫਲ ਸਮਝ ਰਹੇ ਨੇ ਮਹਾਰਾਜ ਦਾ ਦੀਦਾਰ ਕਰਕੇ। ਅੰਬੀਏ ਬੋਹਰ ਓਲੀਏ ਜੇਈ। ਇਸ ਤਰ੍ਹਾਂ ਬਹੁਤ ਸਾਰੇ ਨਬੀ, ਔਲੀਏ, ਪੈਗੰਬਰ ਆਦਿਕ ਤੇ ਪਿਕੰਬਰ ਆਏ ਤੇਈ। ਸਾਰੇ ਪੈਗੰਬਰ ਆਦਿਕ ਇਸਲਾਮਿਕ ਸੰਤ ਵੀ ਸਾਰੇ ਪਹੁੰਚੇ। ਕਈ ਤਾਂ ਰਸਤੇ ਵਿੱਚ ਕਹਿੰਦੇ ਆਉਂਦੇ ਨੇ ਪਤਾ ਨਹੀਂ, ਬੈਲ ਚੱਲਦਾ ਰਹੇ ਨੇ, ਗੱਡਾ ਚੱਲਦਾ ਰਿਹਾ ਹੈ, ਕਿਤੇ ਐਸਾ ਨਾ ਹੋਵੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਮਹਾਰਾਜ ਸਰੀਰ ਤਿਆਗ ਦੇਣ। ਤੇ ਫਿਰ ਦੂਜਾ ਨਾਲੋਂ ਹੀ ਕਹਿੰਦਾ ਨਹੀਂ, ਐਸਾ ਨਹੀਂ ਹੋਵੇਗਾ। ਸਾਨੂੰ ਗੁਰੂ ਸਾਹਿਬ ਨੇ ਬੁਲਾਇਆ ਹੈ, ਸੰਦੇਸ਼ ਪਹੁੰਚਾਇਆ ਹੈ, ਖਾਲੀ ਮੋੜਨ ਵਾਸਤੇ ਨਹੀਂ, ਆਪਣਾ ਦੀਦਾਰ ਦੇਣ ਵਾਸਤੇ ਹੀ ਸੰਦੇਸ਼ ਪਹੁੰਚਾਇਆ ਹੈ। ਇਸ ਲਈ ਮਹਾਰਾਜ ਨੇ ਸਾਡੇ ਪਹੁੰਚਣ ਤੱਕ, ਦੀਦਾਰ ਕਰਨ ਤੱਕ ਸਰੀਰ ਨਹੀਂ ਤਿਆਗਣਾ। ਨਿਰਾਸ਼ ਨਾ ਹੋਵੋ, ਸਾਨੂੰ ਦੀਦਾਰ ਜ਼ਰੂਰ ਹੋਵੇਗਾ। ਸਭ ਕੋ ਆਏ ਸਿਖਾਨ ਆਹਾਰਾ। ਸਭ ਨੂੰ ਮਹਾਰਾਜ ਨੇ ਆਗਿਆ ਦਿੱਤੀ ਹੈ, ਪਹਿਲਾਂ ਲੰਗਰ ਛਕੋ ਫਿਰ ਸਾਡੇ ਕੋਲ ਆਵੋ। ਵਰਤੈ ਦੇ ਕਿਸ ਪ੍ਰਥਮ ਪ੍ਰਕਾਰਾ। ਹਰ ਤਰ੍ਹਾਂ ਨਾਲ ਪਹਿਲਾਂ ਦੀ ਤਰ੍ਹਾਂ ਹੀ ਲੰਗਰ ਵਰਤ ਰਿਹਾ ਹੈ। ਜਦਪ ਅਨਗਨ ਮਾਨਵ ਭੀਰ। ਭਾਵੇਂ ਅਣਗਿਣਤ ਸੰਗਤਾਂ ਦਾ ਵੱਡਾ ਇਕੱਠ ਹੈ, ਟੋਟੇ ਨ ਆਵਤ ਭਈ ਗਹੀਰੰ। ਬਹੁਤ ਵੱਡੀ ਖੇਡ ਵਰਤ ਰਹੀ ਹੈ, ਦੇਗ ਅਟੁੱਟ ਹੋ ਗਈ। ਇੰਜ ਲੱਗਦਾ ਹੈ ਵੀ ਜਿਤਨਾ ਵਰਤਾਉਂਦੇ ਜਾ ਰਹੇ ਨੇ ਉਨਾ ਹੀ ਹੋਰ ਆਉਂਦਾ ਜਾ ਰਿਹਾ। ਤਿਚਰ ਮੂਲ ਨ ਥੁੜੀ ਦੋ, ਜਿਚਰ ਆਪ ਕਿਰਪਾਲ। ਸ਼ਬਦ ਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਇਹ ਮੈਂ ਬੜੀ ਦਫਾ ਦੇਖਿਆ ਹੈ। ਲੰਗਰ ਬਣਿਆ ਸੀ 100 ਬੰਦੇ ਜਿੰਨਾ, ਪਰ ਪਹੁੰਚ ਗਿਆ 500 ਬੰਦਾ, ਤੇ 500 ਨਹੀਂ ਪੂਰਾ ਆ ਗਿਆ, ਫਿਰ ਵੀ ਵੱਧ ਗਿਆ। ਕੜਾਹ ਪ੍ਰਸਾਦ ਬਣਦਾ ਹੈ, ਸੰਗਤ ਬਹੁਤ ਜ਼ਿਆਦਾ ਆ ਗਈ, ਦੁਬਾਰੇ ਨਹੀਂ ਬਣਦਾ।
ਦੀਵਾਨਾਂ ਵਿੱਚ ਤੁਸੀਂ ਨਗਰ ਕੀਰਤਨਾਂ ਵਿੱਚ ਦੇਖਿਆ ਹੋਵੇਗਾ, ਸੰਗਤ ਬਹੁਤੀ ਆ ਗਈ ਹੈ ਪਰ ਕੜਾ ਪ੍ਰਸਾਦ ਸਾਰਿਆਂ ਨੂੰ ਹੀ ਪੂਰਾ ਆ ਗਿਆ। ਇੰਝ ਲੱਗਦਾ ਹੈ ਬਈ ਹੋਰ ਵੱਧਦਾ ਜਾ ਰਿਹਾ ਹੈ। ਦੇਖਤ ਬਿਸਮੈ ਹਵੈ ਨਰ ਜਾਹੀ। ਸਾਰੇ ਹੈਰਾਨ ਹੋ ਕੇ ਦੇਖ ਰਹੇ ਨੇ ਵੀ ਇਹ ਕੀ ਹੁੰਦਾ ਪਿਆ ਹੈ। ਇੰਨਾ ਲੰਗਰ ਵਰਤ ਰਿਹਾ ਤੇ ਘਟਦਾ ਹੀ ਨਹੀਂ ਪਿਆ। ਤੇ ਲਾਗੋਂ ਤੁਹਾਡੇ ਵਰਗਾ ਕੋਈ ਪ੍ਰੇਮੀ ਮਹਾਰਾਜ ਦੀਆਂ ਪੰਕਤੀਆਂ ਪੜ੍ਹ ਕੇ ਸੁਣਾਉਂਦਾ ਬਈ ਖਾਵੇਂ ਖਰਚਾਂ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਏ। ਵਾਧਾ ਹੀ ਵਾਧਾ ਹੋ ਰਿਹਾ ਹੈ। ਕਿਤੋਂ ਆਹਾਰ ਆਏ ਕਿਸ ਥਾਹੀ। ਹੈਰਾਨ ਨੇ ਵੀ ਇਤਨਾ ਭੋਜਨ ਕਿੱਥੋਂ ਆ ਰਿਹਾ ਹੈ। ਲਖ ਨ ਸਕੈ ਸਭ ਕੀਮਤ ਹਾਰੀ। ਕੋਈ ਸਮਝ ਨਹੀਂ ਆਉਂਦੀ, ਸਭ ਦੀ ਮਤ ਜਵਾਬ ਨਹੀਂ ਦੇ ਪਾ ਰਹੀ। ਧੰਨ ਧੰਨ ਸ੍ਰੀ ਗੁਰੂ ਉਚਾਰੀ। ਤੇ ਸਾਰੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਆਖ ਰਹੇ ਹਨ। ਵੀਰ ਪ੍ਰਭੂ ਕੇ ਭਈ ਚੁਫੇਰੇ। ਵੱਡਾ ਇਕੱਠ ਮਹਾਰਾਜ ਜੀ ਦੇ ਚਾਰੋਂ ਪਾਸੇ ਹੈ। ਬੰਦ ਹੈ ਜਾਨ ਹੈ ਭਾਗ ਬਡੇਰੇ। ਤੇ ਆਪਣੇ ਵੱਡੇ ਭਾਗ ਸਮਝ ਕੇ ਸਭ ਮਹਾਰਾਜ ਨੂੰ ਨਮਸਕਾਰਾਂ ਕਰ ਰਹੇ ਹਨ। ਜਨਮ ਹਮਾਰੋ ਸਫਲ ਹੋਵਾ। ਮਹਾਰਾਜ ਸੱਚੇ ਪਾਤਸ਼ਾਹ ਸਾਡਾ ਜਨਮ ਆਪ ਜੀ ਦਾ ਦੀਦਾਰ ਕਰਕੇ ਸਫਲ ਹੋ ਗਿਆ। ਜਗ ਗੁਰ ਕੋ ਤਿਸ ਛਿਨ ਮੁਖ ਜੋਵਾ। ਜਿਹੜਾ ਹੁਣ ਇਸ ਪਾਲਾ ਜਗਤ ਗੁਰੂ ਜੀ ਆਪ ਜੀ ਦਾ ਦਰਸ਼ਨ ਮਿਲਿਆ ਹੈ। ਛਪੈ ਛੰਦ 84 ਜੇ ਸਿੱਧਨਾਥ ਨੋ ਜਤੀ ਮਿਲੇ ਤਬ। 84 ਸਿੱਧ 9 ਨਾਥ ਲਕਸ਼ਮਣ ਗੋਰਖ ਹਨੂਮਾਨ ਆਦਿਕ ਜਤੀ ਸਾਰੇ। ਸੁਧ ਸੁਨ ਸਰੋਨਣ ਬਿਕੈ ਸੰਗ ਗੋਰਖ ਲੈ ਕੇ ਸਭ। ਗੋਰਖ ਵੀ ਆਪਣੇ ਸਾਰੇ ਚੇਲਿਆਂ ਨੂੰ ਨਾਲ ਲੈ ਕੇ ਗਮਨ ਕੀਨ ਤਤਕਾਲ ਆਏਗੇ ਪੁਰ ਕਰਤਾਰ। ਉਹ ਵੀ ਝਟਪਟ ਚੱਲ ਪਏ। ਵੱਡੇ ਵੱਡੇ ਯੋਗੀ ਮਹਾਯੋਗੀ ਕਰਤਾਰਪੁਰ ਆਏ ਹਨ। ਦਰਸ਼ਨ ਕਰ ਹਰ ਖਾਏ ਬਦਨ ਆਦੇਸ਼ ਉਚਾਰਾ। ਤੇ ਆਪਣੇ ਮੁਖੜੇ ਤੋਂ ਗੁਰੂ ਨਾਨਕ ਨੂੰ ਨਮਸਕਾਰ ਕਰਨ ਲੱਗ ਪਏ। ਪ੍ਰਭੂ ਜਥਾ ਜੋਗ ਸਨਮਾਨ ਕਰ ਮਿਰਧੁਲ ਬਚਨ ਕਰ ਪਰਸ ਪਰ। ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਸਭ ਦਾ ਸਨਮਾਨ ਕੀਤਾ ਹੈ ਤੇ ਮਿੱਠੇ ਬੋਲ ਪਰਸ ਪਰ ਰੱਖੇ ਹਨ। ਹੁਣ ਤਟ ਡੇਰਾ ਐਰਾਵਤੀ ਕਰਿਓ ਹਿਰਦੇ ਆਨੰਦ ਭਰ। ਫਿਰ ਮਹਾਰਾਜ ਜੀ ਨੇ ਆਪਣਾ ਸਥਾਨ ਦਰਿਆਏ ਐਰਾਵਤੀ ਰਾਵੀ ਨਦੀ ਦੇ ਕਿਨਾਰੇ ਕਰ ਲਿਆ, ਜੋ ਕਰਤਾਰਪੁਰ ਦੇ ਪੂਰਬ ਚ ਵਹਿੰਦੀ ਹੈ। ਤੇ ਅਨਮਿਖ ਮੁਖ ਭਾਈ ਅਰੁਣਤਾ ਜੋਤ ਪ੍ਰਕਾਸ਼ੀ। ਤੇ ਸਾਰੇ ਦੇਖ ਰਹੇ ਨੇ ਮਹਾਰਾਜ ਜੀ ਦੇ ਚਿਹਰੇ ਤੇ ਕੋਈ ਅਗੰਮੀ ਲਾਲੀ, ਜਿਵੇਂ ਸਵੇਰੇ ਸਵੇਰੇ ਸੂਰਜ ਚੜ੍ਹਨ ਵੇਲੇ ਹੁੰਦੀ ਹੈ ਨਾ, ਉਹ ਬਰਸ ਰਹੀ ਹੈ। ਸਿਵਤਾ ਦੀਪਤ ਪ੍ਰਭਾਤ ਸਿੱਖ ਮੁਖ ਅਪਜ ਬਿਗਸਾਸੀ। ਜਿਵੇਂ ਸਵੇਰੇ ਸਵੇਰੇ ਪ੍ਰਭਾਤ ਵੇਲੇ ਹੁੰਦਾ ਹੈ, ਕਮਲ ਖਿਲਦੇ ਹਨ, ਕਵੀਆਂ ਖਿਲਦੀਆਂ ਹਨ, ਇਸ ਤਰ੍ਹਾਂ ਸਿੱਖਾਂ ਦੇ ਚਿਹਰੇ ਵੀ ਮਹਾਰਾਜ ਦਾ ਦਰਸ਼ਨ ਕਰਕੇ ਖਿਲੇ ਹਨ। ਚੱਕ ਚਕੋਰ ਚਿਤਵੰਤ ਚੰਦਰਮਾ ਚਾਰ ਬਦਨ ਛਬ। ਚਕੋਰ ਦੀ ਤਰ੍ਹਾਂ ਜਿਵੇਂ ਚੰਦਰਮੇ ਦਾ ਦਰਸ਼ਨ ਕਰਦੇ ਇੱਕ ਟੱਕ ਗੁਰਸਿੱਖ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖੜੇ ਦਾ ਦੀਦਾਰ ਕਰ ਰਹੇ ਹਨ। ਦਰਸ਼ਨ ਕਰ ਸੁਖ ਪਾਏ ਰਹੇ ਬਿਸਮਾਏ ਹਿਰਦੇ ਸਭ। ਮਹਾਰਾਜ ਜੀ ਦਾ ਦਰਸ਼ਨ ਕਰਕੇ ਅਗੰਮੀ ਸੁਖ ਪਾ ਰਹੇ ਨੇ, ਵਿਸਮਾਦਿਤ ਹੋ ਰਹੇ ਹਨ। ਇਸ ਬਿਦ ਪ੍ਰਤਾਪ ਅਦਭੁਤ ਪਇਓ ਕਹਿ ਨਾ ਜਾਏ ਕਬ ਅਲਪ ਮਤ। ਭਾਈ ਸਾਹਿਬ ਕਹਿੰਦੇ ਨੇ ਮੇਰੀ ਮਤ ਥੋੜੀ ਹੈ, ਮਹਾਰਾਜ ਦਾ ਸਾਰਾ ਜਸ ਮੈਂ ਬਿਆਨ ਨਹੀਂ ਕਰ ਸਕਦਾ। ਸਭ ਅਹਪਤੇ ਗਣਪਤੇ ਸਾਰਦਾ ਲਖ ਨ ਸਕੈ ਜੇ ਅਲਖ ਗਤ। ਅਹਪਤ ਫਨਿੰਦਰ ਗਣਪਤ ਗਣੇਸ਼ ਸਾਰਦਾ ਸਰਸਵਤੀ ਸਾਰੇ ਜਿਤਨੇ ਨੇ ਉਹ ਸਾਰਿਆਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਨੌਵੀਂ ਕੇ ਦਿਨ ਅਪਰ ਧਰੇ ਮਾਨੁਖ ਤਨ ਆਏ। ਅਮਰ ਦਾ ਮਤਲਬ ਹੈ ਦੇਵਤੇ। ਨੌਵੀਂ ਦੇ ਦਿਨ ਸਾਰੇ ਦੇਵਤੇ 33 ਕੋਟੀ ਮਨੁੱਖਾ ਤਨ ਧਾਰਨ ਕਰਕੇ ਮਹਾਰਾਜ ਦੇ ਦਰਸ਼ਨਾਂ ਲਈ ਪਹੁੰਚ ਗਏ। ਇੰਦਰੰ ਚੰਦਰ ਦਨਿੰਦ ਪੂਨ ਅਲਕਿਰੰਦ ਸੁਹਾਏ। ਇਸ ਤਰ੍ਹਾਂ ਦੇਵਰਾਜ ਇੰਦਰ, ਚੰਦਰਮਾ, ਸੂਰਜ, ਪੌਣ ਦੇਵ ਔਰ ਅਲਕਿੰਦਰ ਕਹਿੰਦੇ ਨੇ ਕੁਬੇਰ ਨੂੰ, ਇਹ ਸਾਰੇ ਆ ਪਹੁੰਚੇ ਹਨ। ਬ੍ਰਹਸਪਤ ਜਲਪਤ ਜਯੰਤ ਅਪਰ ਇਤਿਆਦਿਕ ਸਭ ਹੀ। ਬ੍ਰਹਸਪਤ ਦੇਵਤਾ ਤੇ ਜਲਪਤੀ ਔਰ ਇਸ ਤਰ੍ਹਾਂ ਇੰਦਰ ਦਾ ਪੁੱਤਰ ਜਯੰਤ,
ਹੋਰ ਇਤਿਆਦਿਕ ਸਾਰੇ ਵੱਡੀਆਂ ਸ਼ਕਤੀਆਂ ਬ੍ਰਹਿਮੰਡ ਦੀਆਂ 30 ਕੋਟ ਸਮੂਹ ਆਨ ਪਹੁੰਚਤ ਪੇ ਤਬਹੀ ਸਾਰੇ 33 ਕੋਟੀ ਦੇਵਗਣ ਆ ਪਹੁੰਚੇ ਹਨ ਉਸ ਵੇਲੇ ਗੁਣ ਚਤੁਰ ਵੇਦ ਨਿਜ ਰੂਪ ਤਰ ਪ੍ਰਗਟੇ ਭਏ ਕਰਤਾਰਪੁਰ ਤੇ ਚਾਰ ਵੇਦ ਵੀ ਮਨੁੱਖਾ ਰੂਪ ਵਿੱਚ ਮਹਾਰਾਜ ਦੀ ਉਸਤਤ ਕਰਨ ਲਈ ਕਰਤਾਰਪੁਰ ਆ ਪਹੁੰਚੇ ਹਨ ਮਿਲ ਅਨੇਕ ਭਾਂਤ ਉਸਤ ਭਨਹਿ ਅੰਤ ਉਤਸਵ ਕਰ ਹਰਕ ਉਰ ਅਨੇਕਾਂ ਤਰ੍ਹਾਂ ਮਹਾਰਾਜ ਜੀ ਦੀ ਉਸਤਤ ਕਰਨ ਲੱਗ ਪਏ ਹਨ ਨਰਾਜ ਛੰਦ ਨਮਸ ਆਦ ਰੂਪਣਕ ਸਮਸ ਮੈਂ ਬਿਰਾਜਹੀ ਮਹਾਰਾਜ ਸੱਚੇ ਪਾਤਸ਼ਾਹ ਨਮਸਕਾਰ ਹੈ ਤੁਹਾਨੂੰ, ਤੁਸੀਂ ਆਦ ਰੂਪ ਹੋ ਜੋ ਸਾਰਿਆਂ ਵਿੱਚ ਬਿਰਾਜਮਾਨ ਅਕਾਲ ਪੁਰਖ ਹੋ ਬਿਅੰਕ ਮਾਇਕਾਰਾਤ ਮਾਰ ਤੰਡ ਦੀਪ ਛਾਜਹੀ ਚੰਦਰਮੇ ਵਿੱਚ ਤੁਸੀਂ ਕ੍ਰਾਂਤੀ ਰੂਪ ਹੋ, ਸੂਰਜ ਵਿੱਚ ਤੇਜ ਰੂਪ ਹੋ ਸਪੰਦ ਮੈਂ ਪਰਭੰਜਨੰ ਜਲੰ ਦ੍ਰਵਤ ਰੂਪ ਹੋ ਇਸ ਤਰ੍ਹਾਂ ਹੈ ਪਾਰ ਬ੍ਰਹਮ ਪਰਮੇਸ਼ਵਰ ਸਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਭੰਜਨ ਵਾਯੂ ਵਿੱਚ ਆਪ ਵੇਗ ਰੂਪ ਹੋ ਆਕਾਸ਼ ਮੈਂ ਵਿਕਾਸ ਤੂੰ ਤਰਾ ਤ੍ਰਿਤੀ ਅਨੂਪ ਹੋ ਆਕਾਸ਼ ਵਿੱਚ ਵਿਸ਼ਾਲਤਾ ਰੂਪ ਤੁਸੀਂ ਹੋ ਤੇ ਧਰਤੀ ਦੇ ਵਿੱਚ ਬੜਾ ਸੋਹਣਾ ਲਿਖਿਆ ਭਾਈ ਸਾਹਿਬ ਨੇ ਆਕਾਸ਼ ਵਿੱਚ ਫੈਲਾਓ ਰੂਪ ਹੋ ਤੇ ਧਰਤੀ ਵਿੱਚ ਅਸਚਰਜ ਧੀਰਜ ਜਿਹੜੀ ਹੈ ਜਾਂ ਟਿਕਾਓ ਹੋ ਉਹ ਆਪ ਹੀ ਹੋ ਸੋ ਤੇਜ ਮੈਂ ਹੂੰ ਤਾਸਨੰ ਸਮੁੰਦਰ ਮੈਂ ਗੰਭੀਰਤਾ ਸੱਚੇ ਪਾਤਸ਼ਾਹ ਅਗਨੀ ਵਿੱਚ ਸੇਕ ਰੂਪ ਆਪ ਹੋ, ਸਮੁੰਦਰ ਵਿੱਚ ਗਹਿਰਾਈ ਰੂਪ ਹੋ ਸੰਤੋਖ ਵਿਪਰ ਬ੍ਰਿੰਦ ਜੇ ਛਤਰੀ ਨ ਬੀਚ ਬੀਰਤਾ ਇਸ ਤਰ੍ਹਾਂ ਬ੍ਰਾਹਮਣਾਂ ਵਿੱਚ ਸੰਤੋਖ ਰੂਪ ਹੋ, ਸਤਰੀਆਂ ਵਿੱਚ ਵੀਰਤਾ ਰੂਪ ਹੋ ਮਝਾਰ ਬੈਸ ਬਾਨ ਜੰਗ ਸੋ ਸੇਵ ਸੂਦਰ ਬਾਨਿਆ ਵੈਸ ਵਿੱਚ ਵਣਜ ਰੂਪ ਆਪ ਹੀ ਹੋ ਤੇ ਸੇਵਾ ਰੂਪ ਸ਼ੂਦਰਾਂ ਵਿੱਚ ਵੀ ਆਪ ਹੀ ਹੋ ਘਰ ਮਾਹੇ ਜਾਚਨਾ ਦਤਾਰ ਮਾਹੇ ਤੇ ਦਾਨਿਆ ਲੋੜਵੰਦਾਂ ਵਿੱਚ ਮੰਗ ਰੂਪ ਵੀ ਆਪ ਹੀ ਹੋ ਤੇ ਦਾਨੀਆਂ ਵਿੱਚ ਦਾਨ ਰੂਪ ਆਪ ਹੋ ਨਰੇਸ ਮੈਂ ਨਰੇਸ ਤਸੋ ਰੰਕ ਮਾਹੇ ਰੰਕ ਰਾਜਿਆਂ ਵਿੱਚ ਰਾਜ ਸ਼ਕਤੀ ਵੀ ਤੁਸੀਂ ਹੋ ਤੇ ਮਹਾਰਾਜ ਗਰੀਬਾਂ ਵਿੱਚ ਆਪ ਰੰਕ ਸ਼ਕਤੀ ਵੀ ਹੋ, ਭਾਵ ਸਭ ਜਗ੍ਹਾ ਹੋ ਸਥਾਵਰੋ ਸਥਿਰਤਾ ਚਰੀ ਵਿਖੈ ਚਰੰਤਤਾ ਜਿਹੜੇ ਟਿਕੇ ਹੋਏ ਉਹਨਾਂ 'ਚ ਸਥਿਰਤਾ ਹੋ, ਜਿਹੜੇ ਚੱਲਦੇ ਫਿਰਦੇ ਨੇ ਉਹਨਾਂ ਵਿੱਚ ਗਤੀਮਾਨਤਾ ਹੋ ਕਿਰਪਾਲ ਮੈਂ ਦਇਆ ਸਰੂਪ ਕਰੂਰ ਮੈਂ ਸਕਰੂਰਤਾ ਇਸ ਤਰ੍ਹਾਂ ਕਿਰਪਾਲ ਮਨੁੱਖਾਂ ਵਿੱਚ ਕਿਰਪਾ ਰੂਪ ਹੋ ਤੇ ਜਿਹੜੇ ਕਰੂਰ ਨੇ ਉਹਨਾਂ ਜਿਹੜੀ ਦ੍ਰਿੜਤਾ ਹੈ ਕਰੂਰਤਾ ਦੇ ਵਿੱਚ ਵੀ ਉਹ ਵੀ ਆਪ ਹੀ ਹੋ ਕੈ ਊਨ ਮਾਹੇ ਊਨਤਾ ਸੰਪੂਰਣੰ ਸਪੂਰਤਾ ਛੋਟਿਆਂ ਵਿੱਚ ਛੋਟੇ ਵੀ ਆਪ ਹੀ ਹੋ, ਵੱਡਿਆਂ ਵਿੱਚ ਵੱਡੇ ਵੀ ਆਪ ਹੋ ਸਮੂਹ ਮੈਂ ਸਮੂਹ ਰੂਪ ਬੀਚ ਬੀਚ ਬੀਜਤਾ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਰੂਪਾਂ 'ਚ ਆਪ ਹੀ ਹੋ ਤੇ ਬੀਜ ਦੇ ਵਿੱਚ ਜਿਹੜਾ ਪੁੰਗਰਨ ਵਾਲਾ ਬਲ ਹੁੰਦਾ ਨਾ ਪੇੜ ਬਣਦਾ ਪੌਦਾ ਬਣਦਾ ਉਹ ਸ਼ਕਤੀ ਵੀ ਆਪ ਹੀ ਹੋ ਸਰੋਸ ਮਾਏ ਰੋਸਤਾ ਪ੍ਰਸੀਜ ਮੈਂ ਪ੍ਰਸੀਜਤਾ ਸੱਚੇ ਪਾਤਸ਼ਾਹ ਰੋਸ ਵਿੱਚ ਰੋਸਤਾ ਤੁਸੀਂ ਹੋ ਤੇ ਪ੍ਰਸੰਨਤਾ ਵਿੱਚ ਪ੍ਰਸੰਨਤਾ ਵੀ ਤੁਸੀਂ ਹੋ ਤਪੀ ਵਿਖੈ ਤਪੰਤਤਾ ਪ੍ਰਕਾਸ਼ ਮੈਂ ਪ੍ਰਕਾਸ਼ਤਾ ਜਿਹੜੇ ਤਪੇਸ਼ਵਰ ਨੇ ਤਪ ਰੂਪ ਉਹਨਾਂ 'ਚ ਆਪ ਹੋ ਤੇ ਚਾਨਣ ਵਿੱਚ ਚਾਨਣ ਵੀ ਆਪ ਹੋ ਜੇ ਤਤ ਗਿਆਤ ਮਾਨਵੰ ਸੁਤਾ ਹੈ ਐਸੇ ਭਾਸਤਾ ਪਰ ਇਹ ਸੱਚੇ ਪਾਤਸ਼ਾਹ ਜਿਹੜੇ ਤਤਵ ਗਿਆਨੀ ਮਨੁੱਖ ਨੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਭ ਰੂਪਾਂ ਨੂੰ ਕੇ ਸਭ ਭੂਪਣ ਮਾਹੇ ਸਾਰੇ ਰੂਪਾਂ ਵਿੱਚ ਆਪ ਹੀ ਬਿਰਾਜਮਾਨ ਹੋ ਪ੍ਰਭੂ ਸਮਸਤ ਲੋਕ ਕੇ ਸਮਸਤ ਕੇਰ ਕਾਰਣੰ हे ਪਾਰ ਬ੍ਰਹਮ ਪਰਮੇਸ਼ਵਰ ਨਿਰੰਕਾਰ ਸਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਭੂ ਸਮਸਤ ਲੋਕ ਕੇ ਸਮਸਤ ਕੇਰ ਕਾਰਣੰ ਸਾਰੇ ਬ੍ਰਹਮੰਡਾਂ ਦੇ ਮਾਲਕ ਤੁਸੀਂ ਹੋ ਤੇ ਸਾਰੇ ਬ੍ਰਹਮੰਡਾਂ ਦੇ ਕਾਰਨ ਵੀ ਭਾਵ ਪੈਦਾ ਵੀ ਤੁਹਾਡੇ ਤੋਂ ਹੋਏ ਹਨ ਸਮਸਤ ਕੋ ਸੰਭਾਰ ਕੈ ਕ੍ਰਾਂਤ ਪ੍ਰਤਿਪਾਰਣੰ ਸਾਰਿਆਂ ਦੀ ਪਾਲਣਾ ਸੰਭਾਲਣਾ ਵੀ ਆਪ ਕਰ ਰਹੇ ਹੋ ਸਮਸਤ ਕੇ ਸੰਘਾਰਕੰ ਸਮਾਨ ਕੋਏ ਔਰ ਨਾ ਸਾਰਿਆਂ ਨੂੰ ਪੈਦਾ ਕਰਨ ਵਾਲੇ ਪਾਲਣ ਵਾਲੇ ਤੇ ਫਿਰ ਸੰਭਾਲਣ ਵਾਲੇ ਆਪ ਹੋ ਤੇ ਤੁਹਾਡੇ ਬਰਾਬਰ ਹੋਰ ਕੋਈ ਨਹੀਂ ਹੈ ਜਹਾਂ ਤਹਾਂ ਬਿਰਾਜ ਤੇ ਕਹੂੰ ਕ ਊਣ ਠੋਰਨਾ ਇਹ ਪਾਤਸ਼ਾਹ ਤੁਸੀਂ ਸਾਰੀ ਜਗ੍ਹਾ ਜਹਾਂ ਤਹਾਂ ਬਿਰਾਜ ਤੇ ਕਹੂੰ ਕ ਊਣ ਠੋਰਨਾ ਹਰ ਜਗ੍ਹਾ ਬਿਰਾਜਮਾਨ ਹੋ
ਤੁਹਾਡੇ ਤੋਂ ਬਿਨਾ ਕੋਈ ਥਾਂ ਨਹੀਂ ਹੈ। ਸਮਸਤ ਬੀਚ ਤੂੰ ਬਸੈ ਸਮਸਤ ਮਾਹੇ ਤੋਹੇ ਹੈ। ਸਾਰਿਆਂ 'ਚ ਤੁਸੀਂ ਹੋ ਤੇ ਸਾਰੇ ਤੁਹਾਡੇ ਵਿੱਚ ਹੀ ਹਨ। ਮਿਲੋ ਨਿਰਾਲਮਾ ਰਹੈ ਅਲੇਪ ਮਹਿ ਅਮੋਹ हे ਹੈ। ਪਾਰ ਬ੍ਰਹਮ ਪਰਮੇਸ਼ਵਰ ਮਿਲੋ ਵਲੰਗ ਅਕਾਰਣੰ, ਮਿਲੋ ਨਿਰਾਲਮੰ, ਸਾਰਿਆਂ 'ਚ ਮਿਲੇ ਹੋਏ ਵੀ ਹੋ, ਵੱਖਰੇ ਵੀ ਹੋ, ਸਲੇਪ ਨਿਰਲੇਪ ਮੋਹ ਅਮੋਹ ਸਭ ਰੂਪਾਂ ਵਿੱਚ ਤੁਸੀਂ ਹੋ। ਅਨਾਦ ਤੂੰ ਆਜ਼ਾਦ ਤੂੰ ਸਕੈ ਬਲੰਗ ਅਕਾਰਣ। हे ਪਾਰ ਬ੍ਰਹਮ ਪਰਮੇਸ਼ਵਰ ਤੁਸੀਂ ਸਦਾ ਕੇਵਲ ਮੁਕਤੀ ਦਾਤੇ ਹੋ। ਕਲੇਸ਼ ਕਰਮਾਂ ਵਿੱਚ ਵੀ ਤੁਸੀਂ ਹੋ, ਜਨਮ ਮਰਨ ਵਿੱਚ ਤੁਸੀਂ ਨਹੀਂ ਆਉਂਦੇ ਹੋ, ਬੇਅੰਤ ਹੋ। ਅਸੰਗ ਹੋ ਅਪੰਗ ਹੋ ਅਨੰਗ ਦੁਖ ਹਾਰਣ। ਇਹ ਪਾਤਸ਼ਾਹ ਤੁਸੀਂ ਅਸੰਗ ਹੋ, ਸਾਰਿਆਂ ਤੋਂ ਅਲੱਗ ਵੀ ਹੋ, ਸਾਰਿਆਂ ਦੇ ਵਿੱਚ ਵੀ ਹੋ, ਤੁਹਾਡਾ ਕੋਈ ਨਾਸ਼ ਵੀ ਨਹੀਂ ਕਰ ਸਕਦਾ ਤੇ ਵਿਕਾਰਾਂ ਤੋਂ ਰਹਿਤ ਹੋ। ਅਨੰਤ ਸ੍ਰੀ ਮਹੰਤ ਸਰਬ ਕੰਤ ਮੋਹ ਭੰਜਨ। ਬੇਅੰਤ ਹੋ, ਸਭ ਤੋਂ ਮਹਾਨ ਹੋ, ਸਭ ਦੇ ਮਾਲਕ ਹੋ, ਮੋਹ ਦਾ ਨਾਸ਼ ਕਰਨ ਵਾਲੇ। ਇਹ ਦੇਵੀ ਸ਼ਕਤੀਆਂ ਮਹਾਰਾਜ ਦਾ ਜਸ ਗਾ ਰਹੀਆਂ ਹਨ। ਆਧਾਰ ਲੋਕ ਚੋਦਹੰ ਅਪਾਰ ਰੂਪ ਰੰਜਨ। ਸਾਰਿਆਂ ਨੂੰ ਪ੍ਰਸੰਨਤਾ ਦੇਣ ਵਾਲੇ, 14 ਲੋਕਾਂ ਦਾ ਭਾਵ ਅਨੰਤ ਬ੍ਰਹਮੰਡਾਂ ਦਾ ਉਧਾਰ ਕਰਨ ਵਾਲੇ ਹੋ। ਨਿਰੰਜਨੰ ਅਗੰਜਨੰ ਅਸਰਜਨੰ ਸੁਜਾਨਿਯੰ। हे ਸੱਚੇ ਪਾਤਸ਼ਾਹ ਤੁਸੀਂ ਕਾਲਖ ਰਹਿਤ ਹੋ, ਤੁਹਾਨੂੰ ਕੋਈ ਖਤਮ ਨਹੀਂ ਕਰ ਸਕਦਾ। ਤੁਸੀਂ ਕਿਸੇ ਦੇ ਸਰਜਨਾ ਵਿੱਚ ਨਹੀਂ ਹੋ, ਭਾਵ ਤੁਹਾਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਤੇ ਸੁਜਾਨ ਹੋ। ਸਦੀਵ ਨੇਤ ਨੇਤ ਪੂਤ ਭੱਬੀਅੰ ਬਖਾਨੀਅੰ। ਤੇ ਸਦੀਵ ਹੋ, ਸਦਾ ਹੀ ਨੇਤ ਨੇਤ, ਭਾਵ ਜਿਤਨੀ ਉਪਮਾ ਕਰੀਏ ਉਸ ਤੋਂ ਹੋਰ ਜ਼ਿਆਦਾ ਉਪਮਾ ਹੈ। ਭੂਤ ਭਵਿਸ਼ ਵਰਤਮਾਨ ਵਿੱਚ ਗੁਰੂ ਸਰੂਪ ਤਾਰ ਸਤਨਾਮ ਕੁਪਦੈਸੀਅੰ। ਇਹ ਪਾਰ ਬ੍ਰਹਮ ਪਰਮੇਸ਼ਵਰ ਤੁਸੀਂ ਗੁਰੂ ਨਾਨਕ ਰੂਪ ਹੋ ਕੇ ਜਗਤ ਨੂੰ ਸਤਨਾਮ ਦਾ ਉਪਦੇਸ਼ ਦਿੱਤਾ ਹੈ। ਪਖੰਡ ਕੋ ਨਿਕੰਦ ਕੈ ਨ ਮਾਨ ਛੋਰ ਲੇਸੀਅੰ। ਪਖੰਡ ਨੂੰ ਨਿਕੰਦ ਜੜ ਰਹਿਤ ਕਰ ਦਿੱਤਾ, ਪਖੰਡ ਦਾ ਮੂਲ ਨਾਸ਼ ਕਰ ਦਿੱਤਾ ਹੈ ਤੇ ਮਾਨ ਨੂੰ ਤਿਆਗ ਦਿੱਤਾ ਹੈ, ਭਾਵ ਮਨ ਹੀ ਕੋਈ ਨਹੀਂ ਰਿਹਾ। ਆਨੰਦਹੀਨ ਦੂੰਦ ਕੈ ਮੁਕਾਂਦਿ ਸਰਬ ਬੰਦ ਜੂ। ਇਹ ਪਾਰ ਬ੍ਰਹਮ ਪਰਮੇਸ਼ਵਰ ਆਨੰਦ ਰੂਪ ਹੋ, ਕਲਾ ਕਲੇਸ਼ ਤੋਂ ਬਿਨਾ ਹੋ, ਮੁਕਤੀ ਦਾਤੇ ਹੋ ਤੇ ਸਰਬ ਭੌਮ ਸਰਬ ਬੰਧਨਾ ਯੋਗ ਹੋ। ਨਮਸਤਿਅੰ 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 ਗੋਬਿੰਦ ਜੂ। ਇਹ ਤਿੰਨਾਂ ਸਮਿਆਂ ਵਿੱਚ ਭੂਤ ਭਵਿਸ਼ ਵਰਤਮਾਨ ਵਿੱਚ ਨਮਸਕਾਰ 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 ਦੇ ਯੋਗ ਆਪ ਗੋਬਿੰਦ ਸਰੂਪ ਹੋ। ਛਪੈ ਛੰਦ ਭਾਉ ਭਗਤ ਵਿਸਤਾਰ ਗੁਰੂ ਸਿੱਖੀ ਜਗ ਕੀਨੀ। ਇਹ ਪਾਤਸ਼ਾਹ ਆਪਣੇ ਭਾਉ ਭਗਤ ਦਾ ਵਿਸਤਾਰ ਕੀਤਾ ਹੈ ਤੇ ਜਗਤ ਤੇ ਗੁਰਸਿੱਖੀ ਚਲਾਈ ਹੈ। ਪੂਰਬ ਸਾਧਨ ਮੁਕਤ ਕਰਤ ਔਰੇ ਬਿਦ ਚੀਨੀ। ਪੂਰਵ ਸਾਧਨਾ ਤੋਂ ਮੁਕਤੀ ਦਿਲਾ ਕੇ ਤੇ ਨਵੀਂ ਪ੍ਰਥਾ ਚਲਾਈ ਹੈ। ਤਿਨ ਤੇ ਤੁਮੈ ਸੁਖੇ ਨ ਕੀਨੇ ਹੋ ਰਿਤ ਨਵੀਨੀ। ਪੁਰਾਣੀਆਂ ਤਪੱਸਿਆ ਦੀਆਂ ਵਿਧੀਆਂ ਚੋਂ ਨਵਾਂ ਸੁਖੈਨ ਰਸਤਾ ਚਲਾਇਆ ਹੈ। ਗਾਡੀ ਰਾਹੋ ਚਲਾਏ ਨਰਨ ਕੋ ਸੁਭ ਮਤ ਦੀਨੀ। ਇਹ ਪੱਕਾ ਗਾਡੀ ਰਾਹ ਵੱਡਾ ਰਸਤਾ ਚਲਾਇਆ ਹੈ, ਭਾਵ ਜਿਹੜਾ ਮੰਜ਼ਲ ਤੇ ਪਹੁੰਚਦਾ। ਪੱਗ ਡੰਡੀਆਂ ਗਵਾਚ ਜਾਂਦੀਆਂ ਹਨ ਤੇ ਵੱਡੇ ਸ਼ਾਹ ਮਾਰਗ ਪਹੁੰਚਦੇ ਹਨ। ਮਨੁੱਖਾਂ ਨੂੰ ਮਹਾਨ ਗੁਰਮਤਿ ਦਿੱਤੀ ਹੈ। ਪ੍ਰਭੂ ਨਮਹਿ ਨਮਹਿ ਪੁਨ ਪੁਨ ਨਮਹਿ ਚਰਨ ਸਰਣ ਤਾਰਨ ਹੇ ਤਰਨ। ਪਾਰ ਬ੍ਰਹਮ ਪਰਮੇਸ਼ਵਰ ਗੁਰੂ ਨਾਨਕ ਦੇਵ ਤੁਹਾਨੂੰ ਨਮਸਕਾਰ ਨਮਸਕਾਰ ਫਿਰ ਨਮਸਕਾਰ। ਚਰਨ ਸ਼ਰਨ ਤਾਰਨ ਤਰਨ। ਹੇ ਜਗਤ ਨੂੰ ਤਾਰਨ ਵਾਲੇ ਮਾਲਕ, ਅਸੀਂ ਤੁਹਾਡੀ ਚਰਨ ਸ਼ਰਨ ਆਏ ਹਾਂ। ਇਹ 33 ਕੋਟ ਦੇਵੀ ਆਤਮਾਵਾਂ ਬਿਆਨ ਕਰ ਰਹੀਆਂ ਹਨ। ਦੁਖ ਦਰਨ ਕਰਨ ਸੁਖ ਹਰਨ ਅਗ। ਇਸ ਤਰ੍ਹਾਂ ਹੈ ਦੁੱਖਾਂ ਨੂੰ ਦਲਣ ਵਾਲੇ, ਸੁੱਖਾਂ ਨੂੰ ਪੈਦਾ ਕਰਨ ਵਾਲੇ ਤੇ ਪਾਪਾਂ ਦਾ ਨਾਸ਼ ਕਰਨ ਵਾਲੇ। ਸ੍ਰੀ ਨਾਨਕ ਕਾਰਨ ਕਰਨ। ਬੜਾ ਸੋਹਣਾ ਭਾਈ ਸਾਹਿਬ ਨੇ ਲਿਖਿਆ ਹੈ। ਨਮः ਨਮः ਪੁਨ ਪੁਨ ਨਮः ਚਰਨ ਸ਼ਰਨ ਤਾਰਨ ਤਰਨ। ਦੁਖ ਦਰਨ ਕਰਨ ਸੁਖ ਹਰਨ ਅਗ। ਸ੍ਰੀ ਨਾਨਕ ਕਾਰਨ ਕਰਨ। ਦੋਹਰਾ ਕਰ ਉਸਤਤ ਇਸ ਭਾਂਤ ਕੀ ਰਹੇ ਨਗਰ ਕਰਤਾਰ। ਇਸ ਤਰ੍ਹਾਂ ਦੇਵ ਆਤਮਾਵਾਂ ਚਾਰੇ ਵੇਦ ਜੋ ਮਨੁੱਖਾ ਤਨ ਧਾਰਨ ਕਰਕੇ ਆਏ, ਇਸ ਤਰ੍ਹਾਂ ਉਪਮਾ ਕਰ ਰਹੇ ਹਨ ਤੇ ਕਰਤਾਰਪੁਰ ਟਿਕੇ ਹੋਏ ਹਨ। ਅਨੇਕ ਲੋਕ ਜਹ ਆਵਈ ਹੋਵਤ ਜੈ ਜੈਕਾਰ। ਅਨੇਕਾਂ ਹੀ ਸੰਗਤਾਂ ਪਹੁੰਚ ਜਾਂਦੀ ਰਹੀਆਂ ਨੇ, ਸਾਰੀ ਰਾਤ ਵੀ ਸੰਗਤਾਂ ਆ ਰਹੀਆਂ ਨੇ
ਤੇ ਜੈ ਜੈਕਾਰ ਹੋ ਰਹੀ ਹੈ। ਚੌਪਈ ਦਸੋ ਦਿਸ਼ਾ ਤੇ ਪੰਥ ਬਧੇਰੇ, ਦਸਾਂ ਦਿਸ਼ਿਆਂ ਤੋਂ ਹੀ ਸਾਰੇ ਜਿਹੜੇ ਪੰਥ ਹਨ, ਦਸ ਕਰਨ ਚਿਤ ਚੌਂਪ ਕਨੇਰੇ, ਯੋਗੀ ਔਰ ਸੰਨਿਆਸੀ, ਉਦਾਸੀ, ਬੈਰਾਗੀ, ਤਿਆਗੀ, ਸਾਰੇ ਜਿਹੜੇ ਪੰਥ ਨੇ ਉਹ ਸਾਰੇ ਚਾਹ ਨਾਲ ਆ ਰਹੇ ਹਨ। ਆਵੇਂ ਚਲੇ ਭੀੜ ਬੜ ਹੋਈ, ਬਹੁਤ ਵੱਡਾ ਇਕੱਠ ਸਭ ਦਾ ਹੋਇਆ ਹੈ, ਜਿਨ ਕੀ ਸੰਖਿਆ ਆਏ ਨ ਕੋਈ। ਭਾਈ ਸਾਹਿਬ ਕਹਿੰਦੇ ਨੇ ਲੱਖਾਂ ਆਖੀਏ ਕਿ ਕਰੋੜਾਂ ਆਖੀਏ ਪਤਾ ਨਹੀਂ, ਇਕੱਠ ਦੇਖਦੇ ਆ ਤਾਂ ਕਰੋੜਾਂ ਹੀ ਲੱਗਦਾ ਪੁਰ ਹੈ। ਕਰਤਾਰ ਕੋਸ ਚੋ ਫੇਰੇ, ਕੋਹਾਂ ਤੱਕ ਕਰਤਾਰਪੁਰ ਦੇ ਚਾਰੋਂ ਪਾਸੇ ਆਏ ਨਰਨ ਕੀ ਨੇ ਬਹੁ ਡੇਰੇ, ਦੂਰ ਦੂਰ ਤੱਕ ਸੰਗਤਾਂ ਨੇ ਆਪਣੇ ਡੇਰੇ ਕੀਤੇ ਹੋਏ ਹਨ। ਸਰਬ ਰਹੇ ਨਿਸਮੈ ਤੇ ਥਾਈ, ਸਾਰਿਆਂ ਨੇ ਰਾਤ ਉੱਥੇ ਟਿਕਾਣਾ ਕੀਤਾ ਹੈ। ਜਾਗਰਣ ਕੀਨੋ ਮਹਿਮਾ ਗਾਈ, ਸਵੇਰੇ ਉੱਠੇ ਨੇ ਫਿਰ ਗੁਰੂ ਨਾਨਕ ਦੀ ਵਡਿਆਈ ਗਾਈ ਹੈ। ਅਰਤ ਵਿਭਾਵਰ ਹੋਈ ਜਬ ਹੀ, ਔਰ ਇਸ ਤਰ੍ਹਾਂ ਜਦ ਅੱਧੀ ਰਾਤ ਹੋਈ ਹੈ, ਸ੍ਰੀ ਮੁਖ ਸੋ ਆਇਸ ਦੀ ਤਬ ਹੀ, ਮਹਿਮਾ ਦੇ ਮਾਲਕ ਗੁਰੂ ਨਾਨਕ ਦੇਵ ਜੀ ਨੇ ਆਗਿਆ ਦਿੱਤੀ ਹੈ। ਚੰਦਨ ਉਤਕਨ ਸਾਰ ਗੁਲਾਬਾ, ਆਖਿਆ ਗੁਲਾਬ ਚੰਦਨ ਆਦਿਕ ਸੁਗੰਧੀਆਂ ਘਸਾ ਕੇ, ਮਿਰਗ ਮਦ ਘਸ ਕਰ ਸਰਬ ਸਿਤਾਬਾ, ਮਿਰਗ ਮਦ ਕਸਤੂਰੀ ਆਦਿਕ ਜਲਦੀ ਨਾਲ ਰਗੜ ਕੇ, ਅਪਰ ਸੁਗੰਧਿ ਸਰਬ ਮਹਿਕਾਬ ਹੋ, ਹੋਰ ਵੀ ਸੁਗੰਧਾਂ ਛਿੜਕੀਆਂ ਜਾਵਣ ਸੁਗੰਧੀਆਂ, ਸਗਰੇ ਸਦਨ ਵਿਖੈ ਚਿਰਕਾਬ ਹੋ, ਤੇ ਸਾਰੇ ਮਹਿਲ ਵਿੱਚ ਘਰ ਵਿੱਚ ਛਿੜਕਾਓ ਕਰੋ। ਸਤਨਾਮ ਕੋ ਕੀਰਤਨ ਗਾਵ ਹੋ, ਪਾਰ ਬ੍ਰਹਮ ਪਰਮੇਸ਼ਵਰ ਦੀ ਮਹਿਮਾ ਕਰੋ। ਸਰਬ ਜੇ ਨਰ ਸਤਨਾਮ ਉਚਾਰ ਹੋ, ਹੋਰ ਕੋਈ ਨਾ ਗੱਲ ਆਖੋ, ਸਾਰੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ। ਤੇ ਇਸ ਤਰ੍ਹਾਂ ਚਾਰੋਂ ਪਾਸੇ ਆਵਾਜ਼ ਆ ਰਹੀ ਹੈ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਾਰੇ ਜਪੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਇਸ ਤਰ੍ਹਾਂ ਧੁਨੀ ਸਭ ਪਾਸਿਓਂ ਆ ਰਹੀ ਹੈ। ਜਨਮ ਜਨਮ ਕੇ ਕਿਲ ਵਿਖਟਾਰ ਹੋ, ਜਨਮਾਂ ਜਨਮਾਂ ਦੇ ਮਹਾਰਾਜ ਕਹਿਣ ਲੱਗੇ ਨਾਮ ਜਪ ਕੇ ਪਾਪ ਟਾਲ ਲਵੋ, ਭਾਵ ਖਤਮ ਕਰ ਲਵੋ। ਛਪੈ ਛੰਦ ਸੁਨ ਰਜਾਏ ਤੇ ਸਮੈ ਭਇਓ ਜੈਕਾਰ ਮੁਖਰ ਬਰ, ਇਸ ਤਰ੍ਹਾਂ ਸੁਨ ਰਜਾਏ ਤੇ ਸਮੇਂ ਭਇਓ ਜੈਕਾਰ ਮੁਖਰ ਬਰ। ਮਹਾਰਾਜ ਜੀ ਦਾ ਇਹ ਉਪਦੇਸ਼ ਸੁਣ ਕੇ ਉਸ ਵੇਲੇ ਸਾਰੇ ਸੰਗਤਾਂ ਦੇ ਮੁਖੜੇ ਤੋਂ ਗੁਰੂ ਨਾਨਕ ਦੀ ਜੈ ਜੈਕਾਰ ਦੀ ਧੁਨੀ ਸੁਣਾਈ ਪੈ ਰਹੀ ਹੈ। ਸ੍ਰੇਸ਼ਟ ਮੁਖੜਿਆਂ ਤੋਂ ਗਾਵਤ ਗੁਣ ਕਰਤਾਰ ਪ੍ਰੇਮ ਸੋਰਿ ਦੇ ਰਹੇ ਭਰ, ਸਾਰੇ ਪ੍ਰੇਮ ਨਾਲ ਭਰੇ ਹੋਏ ਹਿਰਦੇ ਪਾਰ ਬ੍ਰਹਮ ਪਰਮੇਸ਼ਰ ਰੂਪ ਗੁਰੂ ਨਾਨਕ ਦੇ ਗੁਣ ਗਾ ਰਹੇ ਹਨ। ਦਰਸ਼ਨ ਪਰਸਤ ਸਕਲ ਅਧਿਕ ਕਰੁਣਾ ਰਸ ਹੋਵੈ, ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਕਈਆਂ ਨੂੰ ਇਹ ਸੋਚ ਕੇ ਵੀ ਮਹਾਰਾਜ ਹੁਣ ਪਿਆਨਾ ਕਰ ਜਾਣਗੇ, ਬੈਰਾਗ ਤਾਰੀ ਹੋ ਰਿਹਾ ਹੈ। ਚਿੱਤਰ ਲਿਖੇ ਜੇ ਪੀਤ ਪਾਉ ਤਰ ਠਾਂਡੇ ਜੋ ਵਹਿ, ਜਿਵੇਂ ਦੀਵਾਰ ਤੇ ਚਿੱਤਰ ਬਣਿਆ ਹੁੰਦਾ ਨਾ, ਇਸ ਤਰ੍ਹਾਂ ਤਸਵੀਰਵਤ ਭਾਵ ਬਿਨਾਂ ਹਿੱਲਿਆਂ ਜੁਲਿਆਂ ਖੜੇ ਹਨ। ਤਬ ਭੀਰ ਭਈ ਧਰਮਸਾਲ ਮੈਂ ਸ਼ਬਦ ਰਾਗ ਤੁਨ ਪੂਰਿਆ, ਬਹੁਤ ਸੰਗਤਾਂ ਧਰਮਸ਼ਾਲਾ ਵਿੱਚ ਆਈਆਂ ਤੇ ਰਾਗ ਪਾ ਕੇ ਸ਼ਬਦ ਕੀਰਤਨ ਦੀ ਧੁਨੀ ਉੱਠੀ ਹੈ। ਤੈ ਗਏ ਜੋ ਨਰ ਤੇ ਸਮੈ ਪਿਕ ਦੋਖ ਕਰੇ ਸਭ ਦੂਰਿਆ, ਜਿਹੜੀਆਂ ਸੰਗਤਾਂ ਦਰਸ਼ਨ ਲਈ ਆਈਆਂ ਨੇ ਸਾਰਿਆਂ ਦੇ ਦੋਖ ਦੂਰ ਹੋਏ ਹਨ। ਹੋਰ ਸੁਲਖਣੀ ਆਏ ਬੰਦ ਕਰ ਬੰਧਨ ਕੀਨੀ, ਇਤਰੇ ਨੂੰ ਧੰਨ ਧੰਨ ਮਾਤ ਸੁਲਖਣੀ ਜੀ ਆ ਗਏ ਤੇ ਉਹਨਾਂ ਨੇ ਗੁਰੂ ਨਾਨਕ ਦੇ ਚਰਨਾਂ ਤੇ ਨਮਸਕਾਰ ਕੀਤੀ। ਸਾਧ ਸੰਗਤ ਮਾਤਾ ਸੁਲਖਣੀ ਜੀ ਨੇ ਵੀ ਸਾਰੀ ਜ਼ਿੰਦਗੀ ਗੁਰੂ ਨਾਨਕ ਦੀ ਸ਼ਾਨ ਪ੍ਰਤੀ ਇੱਕ ਅੱਖਰ ਵੀ ਨਹੀਂ ਬੋਲਿਆ, ਉਹਨਾਂ ਦੇ ਖਿਲਾਫ ਨਹੀਂ ਬੋਲਿਆ, ਤੇ ਗੁਰੂ ਨਾਨਕ ਦੇਵ ਜੀ ਨੇ ਵੀ ਸਨਮਾਨ ਪੂਰਾ ਕੀਤਾ। ਨਾਮ ਲੈ ਕੇ ਨਹੀਂ ਬੁਲਾਉਂਦੇ ਸਨ, ਆਵਾਜ਼ ਦਿੰਦੇ ਸਨ, ਪਰਮੇਸ਼ਰ ਕੀਏ, ਤੇ ਮਾਤਾ ਸੁਲਖਣੀ ਦੌੜ ਕੇ ਆ ਜਾਂਦੇ ਸਨ। ਮਹਾਰਾਜ ਨੇ ਮਾਤਾ ਸੁਲਖਣੀ ਦਾ ਬਚਨ ਕੋਈ ਮੋੜਿਆ ਵੀ ਨਹੀਂ, ਭਾਵੇਂ ਉਹ ਬਚਨ ਮਾਤਾ ਨਾਨਕੀ ਬੇਬੇ ਨਾਨਕੀ ਜੀ ਵੱਲੋਂ ਹੋਇਆ ਹੋਵੇ, ਮਾਤਾ ਚੋਣੀ ਜੀ ਵੱਲੋਂ ਹੋਇਆ ਹੋਵੇ, ਉਹਨਾਂ ਆਪਣਾ ਸਿੱਧਾ ਨਾ ਹੀ ਆਖਿਆ ਹੋਵੇ, ਪਰ ਮਹਾਰਾਜ ਨੇ ਮੋੜਿਆ ਨਹੀਂ।
ਆਏ ਹਨ ਮਾਤਾ ਸੁਲੱਖਣੀ ਜੀ, ਮੱਥਾ ਟੇਕਿਆ ਹੈ। ਮਨ ਅਧੀਨ ਹਵੈ ਦੀਨ ਤਿਨ ਪਰਦਛਣ ਤੇ ਦੀਨੀ। ਬਹੁਤ ਨਿਮਰਤਾ ਸਹਿਤ 3 ਵਾਰੀ ਗੁਰੂ ਨਾਨਕ ਦੇਵ ਜੀ ਦੀਆਂ ਪਰਿਕਰਮਾ ਕੀਤੀਆਂ ਹਨ। ਲੋਚਨ ਤੇ ਜਲ ਜਾਤ ਬੈਠ ਗਈ ਤਬੀ ਤੇ ਸਮੀਪਾ। ਨੇਤਰਾਂ ਚੋਂ ਜਲ ਜਾ ਰਿਹਾ, ਬੋਲ ਕੁਛ ਨਹੀਂ ਰਹੇ, ਤੇ ਲਾਗੇ ਬੈਠ ਗਏ ਹਨ। ਮੁਰਝਾਨੀ ਕੋ ਦੇਖ ਭਨਿਓ ਬੇਦੀ ਕੁਲ ਦੀਪਾ। ਬੇਦੀ ਕੁਲ ਦੇ ਮਹਾਨ ਰੋਸ਼ਨ ਮੀਨਾਰ ਚਿਰਾਗ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਵੀ ਮਾਤਾ ਸੁਲੱਖਣੀ ਜੀ ਮੁਰਝਾਏ ਹੋਏ ਹਨ। ਉਸ ਵੇਲੇ ਆਖਣ ਲੱਗੇ, ਇੱਕ ਸਿੱਖ ਜਾਹੋ ਸ੍ਰੀ ਚਾਂਦ ਢਿਗ ਲਖਮੀ ਦਾਸ ਸਿੰਕਤ ਆਖਿਆ ਜਹੈ। ਇੱਕ ਸਿੱਖ ਜਾਓ ਲਖਮੀ ਦਾਸ ਸ੍ਰੀ ਚੰਦ ਜੀ ਦੇ ਕੋਲ, ਜਸ ਪਦ ਲਿਆਓ ਬੁਲਾਏ ਤਿਨ ਬੋਹਰ ਦਰਸ ਪਾਵੈ ਸੋ ਨਾਹੀ। ਜਾਓ ਜਲਦੀ ਬੁਲਾ ਕੇ ਲਿਆਓ, ਇਹ ਪਰਮੇਸ਼ਰ ਕੇ ਉਦਾਸ ਹਨ ਕਿ ਪੁੱਤਰ ਦਰਸ਼ਨ ਕਰਨ ਨਹੀਂ ਆਏ। ਜਾ ਕੇ ਬੁਲਾ ਲਿਆਓ, ਨਾਲੇ ਕਹਿ ਦਿਓ ਕਿ ਹੁਣੇ ਆ ਜਾਓ, ਜੇ ਬਾਅਦ ਚ ਆਏ ਫਿਰ ਦਰਸ਼ਨ ਨਹੀਂ ਹੋਵੇਗਾ। ਇਹ ਬਚਨ ਮਹਾਰਾਜ ਜੀ ਨੇ ਆਖੇ ਨੇ। ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ, ਬੜੀ ਇਕਾਗਰਤਾ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ। ਬਾਕੀ ਵਿਚਾਰ ਕੱਲ ਗੁਰੂ ਮਿਹਰ ਸਦਕਾ ਸਰਵਣ ਕਰਨ ਦਾ ਸੁਭਾਗ ਮਹਾਰਾਜ ਬਖਸ਼ਣਗੇ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ ਵਿੱਚ ਪਾ ਦੇਣਾ। ਆਓ ਸਾਰੇ ਮਿਲ ਕੇ 2 ਮਿੰਟ ਵਾਸਤੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।